ਸਦੀਆਂ ਤੋਂ ਪੰਜਾਬ, ਜੋ ਹਿੰਦੁਸਤਾਨ ਦੀ ਖੜਗ ਬਣਿਆ ਰਿਹਾ, ਨੇ ਉੱਤਰ ਪੱਛਮ ਤੋਂ ਅਨੇਕਾਂ ਹਮਲਿਆਂ ਦੇ ਹਾਦਸਿਆਂ ਦੀ ਹਨੇਰੀ ਝੋਲੀ। 1947 ਵਿੱਚ ਹੀ ਭਾਰਤ-ਪਾਕਿਸਤਾਨ ਵੰਡ ਵੇਲੇ ਫਿਰਕੂ ਦੰਗਿਆਂ ਦੇ ਕਾਰਨ ਬੇਥਾਹ ਡੁੱਲੇ ਖੂਨ ਨਾਲ ਬੇਹੋਸ਼ੀ ਦੀ ਸਥਿਤੀ ਵਿੱਚੋਂ ਗੁਜ਼ਰਿਆ, ਪਰੰਤੂ ਛੇਤੀ ਹੀ 9/9 ਹੋ ਗਿਆ। ਇਹ ਆਜ਼ਾਦ ਭਾਰਤ ਦਾ ਇੱਕ ਸਭ ਤੋਂ ਵੱਧ ਅਮੀਰ, ਸਭ ਤੋਂ ਵੱਧ ਉੱਨਤਸ਼ੀਲ ਅਤੇ ਸਭ ਤੋਂ ਵੱਧ ਵਿਕਾਸਸ਼ੀਲ ਰਾਜ ਬਣ ਗਿਆ ਅਤੇ ਇਸਨੇ ਦਹਾਕਿਆਂ ਬੱਧੀ ਇਸ ਸਥਿਤੀ ਨੂੰ ਚੁਣੌਤੀ ਰਹਿਤ ਬਣਾਈ ਰੱਖਿਆ। ਪਹਿਲਾਂ 1965 ਵਿੱਚ ਅਤੇ ਫਿਰ 1971 ਵਿੱਚ ਪਾਕਿਸਤਾਨ ਨਾਲ ਚੌਪਾਸੇ ਅਤੇ ਤਿੱਖੇ ਭੇੜ ਦੌਰਾਨ, ਛੈਲ ਛਬੀਲੇ ਪੰਜਾਬੀਆਂ ਨੇ ਹਥਿਆਰਬੰਦ ਤਾਕਤਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਦਿਆਂ ਆਪਣੀਆਂ ਬੇਥਾਹ ਕੋਸ਼ਿਸ਼ਾਂ ਨਾਲ ਦੇਸ਼ਭਗਤੀ ਤੇ ਸਿਹਤਮੰਦ ਸੂਝ ਦਾ ਸਬੂਤ ਦਿੱਤਾ। 60ਵਿਆਂ ਵਿਚਲੇ ਹਰੇ ਇਨਕਲਾਬ ਰਾਹੀਂ ਅੱਗੇ ਹੋ ਕੇ, ਮੋਹਰੀ ਹੋ ਕੇ ਚੱਲਦਿਆਂ ਪੰਜਾਬ ਭਾਰਤ ਦਾ ਅੰਨ ਭੰਡਾਰੀ ਬਣ ਗਿਆ। ਇਸ ਰੋਟੀਆਂ ਵਾਲੇ ਛਾਬੇ ਨੂੰ ਤਬਾਹ ਕਰਨਾ ਸੌਖਿਆ ਹੀ ਕੌਮੀ ਆਰਥਿਕਤਾ ਨੂੰ ਤਬਾਹ ਕਰਨ ਅਤੇ ਦੇਸ਼ ਨੂੰ ਥੋੜੇ ਹੀ ਅਰਸੇ 'ਚ ਇੱਕ ਅਸਫਲ ਰਾਜ ਵਿੱਚ ਸੀਮਤ ਕਰਨ ਦਾ ਕਾਰਨ ਬਣ ਸਕਦਾ ਸੀ। ਪੰਜਾਬ ਦੇ ਲੋਕਾਂ ਦੀ ਧਨ ਦੌਲਤ ਪੈਦਾ ਕਰਨ ਦੀ ਕੁਦਰਤੀ ਰੁਚੀ ਨੇ ਆਪਣੇ ਹਿੱਤਾਂ ਲਈ ਲਾਲਚ ਨੂੰ ਭੜਕਾ ਦਿੱਤਾ। ਮੁੱਖ ਤੌਰ ਤੇ ਦੂਸਰੇ ਰਾਜਾਂ ਵੱਲੋਂ ਜਨਸੰਖਿਆ 'ਚ ਵਾਧੇ ਦਾ ਵੱਡਾ ਧਮਾਕਾ ਕਰਨ ਦੇ ਬਾਵਜੂਦ ਭਾਰਤ ਅੰਨ ਦੀ ਕਮੀ ਵਾਲੇ ਇੱਕ ਰਾਜ ਤੋਂ ਇੱਕ ਵਾਧੂ ਅੰਨ ਵਾਲਾ ਦੇਸ਼ ਬਣ ਗਿਆ। ਕਸ਼ਮੀਰ, ਅਸਾਮ ਅਤੇ ਉੱਤਰ ਪੂਰਬ ਦੇ ਕੁਝ ਹੋਰ ਰਾਜਾਂ ਦੇ ਉਲਟ, ਪੰਜਾਬ ਵਿੱਚ ਕੋਈ ਬਾਗੀਆਨਾ ਲਹਿਰ ਜਾਂ ਵੱਡੀ ਗੜਬੜ ਨਹੀਂ ਸੀ। ਫਿਰ ਇਸ ਦੀ ਸ਼ਾਂਤੀ ਕਿਵੇਂ ਭੰਗ ਹੋਈ ਅਤੇ ਕਿਵੇਂ ਇਹ ਧਾਰਮਿਕ ਜਨੂੰਨ ਦੀਆਂ ਲਾਟਾਂ ਵਿੱਚ ਫਸ ਗਿਆ? ਕਿਵੇਂ ਇਹ ਫਿਰਕੂ ਪਾੜੇ ਦੇ ਡੂੰਘੇ ਪਾੜ ਵਿੱਚ ਡੁੱਬਣ ਲੱਗ ਪਿਆ? ਇਸ ਦੌਰ ਦਾ ਮੁੱਢ ਕੀ ਸੀ? ਸਥਿਤੀ ਕਾਬੂ ਤੋਂ ਬਾਹਰ ਕਿਵੇਂ ਹੋ ਗਈ ਅਤੇ ਕੌਣ ਲੋਕ ਇਸ ਦੇ ਜ਼ਿੰਮੇਵਾਰ ਸਨ? ਇਹ ਉਹ ਸਵਾਲ ਹਨ ਜੋ ਜਵਾਬ ਮੰਗਦੇ ਹਨ। ਜਵਾਬ ਬਹੁਤ ਸਾਰੇ ਮੋੜਾਂ ਕੋੜਾਂ ਵਾਲੀ ਇੱਕ ਲੰਬੀ ਕਹਾਣੀ ਬਣਾ ਦਿੰਦੇ ਹਨ। ਸੰਖੇਪ 'ਚ ਗੱਲ ਕੀਤਿਆਂ, ਇਹ ਕੁਝ ਛੋਟੇ ਦਿਮਾਗਾਂ ਵਾਲੇ ਅਤੇ ਆਪਾ ਪਾਲਣ ਵਾਲੇ ਰਾਜਨੀਤੀਵਾਨਾਂ ਦੇ ਕਾਰਨਾਮੇ ਸਨ ਜੋ ਰਾਜਨੀਤੀ ਦੀ ਸ਼ਤਰੰਜ ਖੇਡ ਨੂੰ ਜਿੱਤਣ ਲਈ ਤੁਲੇ ਹੋਏ ਸਨ। ਇਸ ਗੱਲ ਨਾਲ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਸੀ ਕਿ ਉਹਨਾਂ ਨੂੰ ਕਿੰਨੀ ਕਮੀਨਗੀ ਭਰੀ ਚਾਲ ਚੱਲਣੀ ਪਈ ਸੀ। ਬਰਾਬਰ ਦੇ ਜ਼ਿੰਮੇਵਾਰ ਕੁਝ ਗਰਮ ਸੁਭਾਅ ਵਾਲੇ ਸਿੱਖ ਆਗੂ ਸਨ, ਜੋ ਕਿਸੇ ਵੀ ਨਿੱਕੇ ਮੋਟੇ ਧਾਰਮਿਕ ਜਾਂ ਰਾਜਨੀਤਿਕ ਮਾਮਲੇ ਨੂੰ ਚੁੱਕ ਲੈਂਦੇ ਅਤੇ ਇਸ ਨੂੰ ਬੇਥਾਹ ਤੂਲ ਦੇ ਦਿੰਦੇ ਤਾਂ ਜੋ ਜਨਤਾ ਭੜਕ ਉੱਠੇ। ਧਾਰਮਿਕ ਅੱਤਵਾਦ ਦੇ ਜ਼ਹਿਰੀਲੇ ਫੁੰਕਾਰਿਆਂ ਨੇ ਰਾਜ ਦੇ ਰਾਜਨੀਤਿਕ ਵੈਣ ਨੂੰ ਗੰਧਲਾ ਕਰ ਦਿੱਤਾ ਸੀ। ਇਹਨਾਂ ਨੇ ਆਪਣੀਆਂ ਕੁਝ ਸੱਚੀਆਂ ਤੇ ਕੁਝ ਮਨਘੜਤ ਸ਼ਿਕਾਇਤਾਂ, ਰੰਜਸਾਂ, ਨੂੰ ਉਭਾਰਨ ਲਈ ਲੰਬੀਆਂ ਐਗੀਟੇਸ਼ਨਾਂ ਨੂੰ ਸ਼ੁਰੂ ਕਰ ਦਿੱਤਾ, ਜੋ ਰਾਜ ਵਿੱਚ ਆਮ ਬੇਚੈਨੀ ਵਧਾਉਣ ਵੱਲ ਲੈ ਗਈਆਂ ਅਤੇ ਦੋ ਵੱਡੀਆਂ ਧਾਰਮਿਕ ਹਸਤੀਆਂ ਵਿਚਕਾਰ ਪਾੜਾ ਪਾਉਣ ਦਾ ਕਾਰਨ ਬਣ ਗਈਆਂ। ਦੇਸ਼ਨੁਮਾ ਜਹਾਜ਼ ਦੇ ਸਟੀਅਰਿੰਗ ਤੇ ਬੈਠੇ ਹਾਕਮ, ਭਾਵੇਂ ਉਹ ਕਿਸੇ ਵੀ ਰੰਗ ਦੇ ਹੋਣ, ਮੂਕ ਦਰਸ਼ਕ ਬਣੇ ਰਹੇ। ਸ਼ਾਇਦ ਕਿਸੇ ਰੱਬੀ ਕਾਰਨਾਮੇ ਦੇ ਵਾਪਰਨ ਅਤੇ ਸਥਿਤੀ ਨੂੰ ਠੀਕ ਕਰਨ ਦੀ ਉਡੀਕ 'ਚ ਬੈਠੇ ਹੋਣ। ਕਾਨੂੰਨ ਦੇ ਰਾਜ ਦਾ ਭੋਗ ਪੈ ਗਿਆ ਸੀ। ਜੰਗਲ ਦਾ ਰਾਜ ਹਾਵੀ ਹੋ ਗਿਆ ਸੀ ਅਤੇ ਫਿਰਕੂ ਇਕਜੁੱਟਤਾ ਨੂੰ ਵੱਡੀ ਸੱਟ ਵੱਜ ਗਈ ਸੀ। ਮੁਕਾਬਲਤਨ ਨੁਕਸਾਨ ਰਹਿਤ ਇਲਾਜਾਂ ਨੂੰ ਵਰਤਣ ਦੇ ਮੌਕੇ ਗੁਆ ਕੇ, ਅੰਤ ਵਿੱਚ ਕੇਂਦਰੀ ਸਰਕਾਰ ਕੋਲ ਕੋਈ ਹੋਰ ਚਾਰਾ ਨਹੀਂ ਸੀ ਬਚਿਆ ਸਿਵਾਏ ਅੰਤਮ ਹਥਿਆਰ ਨੂੰ ਭਾਵ ਫੌਜ ਦੁਆਰਾ ਇੱਕ ਚੀਰਫਾੜ ਵਾਲੇ ਆਪਰੇਸ਼ਨ ਨੂੰ ਅਪਣਾਉਣ ਦੇ, ਭਾਵੇਂ ਕਿ ਇਹ ਬਿਲਕੁਲ ਅਣਚਾਹਿਆ ਸੀ। ਫੌਜ ਜਿਵੇਂ ਕਿ ਇਸ ਤੋਂ ਆਸ ਕੀਤੀ ਗਈ ਸੀ ਜ਼ਰੂਰ ਸਫਲ ਹੋਈ ਪਰ ਨਾਲ ਹੀ ਹੱਦੋਂ ਵੱਧ ਮਾਰ ਮਰਾਈ ਵੀ ਹੋਈ। ਸਿੱਟਾ ਇਹ ਨਿਕਲਿਆ ਕਿ ਇਹ ਜਿੱਤ ਹਾਰਨ ਵਾਲੇ ਦੇ ਨੁਕਸਾਨ ਦੇ ਬਰਾਬਰ ਗਿਣਨਯੋਗ ਦੋਮ ਦਰਜੇ ਦੇ ਪਦਾਰਥਕ ਅਤੇ ਮਨੋਵਿਗਿਆਨਕ ਪੱਖ ਤੋਂ ਨੁਕਸਾਨ ਕਰਵਾਉਣ ਵਾਲੀ ਨਿਬੜੀ ਸੀ। ਇਸ ਚੀਰਫਾੜ ਦੇ ਮੋੜਵੇਂ ਅਸਰ ਕਈ ਸਾਲਾਂ ਤੱਕ ਰਹਿਣ ਵਾਲੇ ਸਨ। ਸਮਾਜਿਕ ਤੰਦਾਂ ਘੱਟ ਜਾਂ ਵੱਧ ਰੂਪ 'ਚ ਠੀਕ ਹੋ ਗਈਆਂ ਹਨ, ਪਰੰਤੂ ਕਲੰਕੀ ਦਾ ਧੱਬਾ ਜੁੜਿਆ ਰਿਹਾ। ਇਸ ਔਖੀ ਘੜੀ, ਜਿਸ ਵਿੱਚੋਂ ਦੀ ਪੰਜਾਬ ਗੁਜ਼ਰਿਆ ਸੀ, ਨਾਲ ਸੰਬੰਧਿਤ ਬਹੁਤ ਸਾਰੀਆਂ ਕਿਤਾਬਾਂ ਤੇ ਲੇਖ ਲਿਖੇ ਗਏ ਹਨ। ਹਰੇਕ ਲੇਖਕ ਦਾ ਵਰਣਨ ਕੁਦਰਤੀ ਤੌਰ ਤੇ ਉਸ ਦੀ ਆਪਣੀ ਸੋਚ ਅਤੇ ਨਜ਼ਰੀਏ ਦੇ ਅਨੁਸਾਰ ਬਦਲ ਜਾਂਦਾ ਹੈ ਅਤੇ ਉਸੇ ਅਨੁਸਾਰ ਹੀ ਆਪਣੀ ਛਾਪ ਅਤੇ ਰੰਗਤ ਚਾੜ ਦਿੰਦਾ ਹੈ। ਕੁਝ ਕੇਂਦਰ ਅਤੇ ਰਾਜ ਦੀਆਂ ਕਾਂਗਰਸ ਸਰਕਾਰਾਂ ਉੱਪਰ ਦੋਸ਼ ਮੜ੍ਹਦੇ ਹਨ, ਜਦਕਿ ਦੂਸਰੇ ਅਕਾਲੀ ਆਗੂਆਂ ਨੂੰ ਜ਼ਿੰਮੇਵਾਰ ਸਮਝਦੇ ਹਨ।
ਭਾਵੇਂ ਕਿ ਇਤਿਹਾਸ ਦਾ ਇਹ ਸਫ਼ਾ ਪੀੜਾ ਦੇਣ ਵਾਲਾ ਹੀ ਹੈ, ਫਿਰ ਵੀ ਇਸ ਦੌਰ ਦੇ ਇਤਿਹਾਸ ਦੇ ਖੂਨ ਨਾਲ ਰੰਗੇ ਸਫ਼ਿਆਂ ਨੂੰ ਮੁੜ-ਮੁੜ ਧਿਆਨ ਨਾਲ ਪੜ੍ਹਨਾ ਪਵੇਗਾ। ਇਸ ਦੁਖਦਾਇਕ ਰਾਹ ਨਾਲ ਕੁਝ ਕੁ ਮਹੱਤਵਪੂਰਨ ਮੀਲ ਪੱਥਰਾਂ ਦੀ ਮੁੜ ਫੇਰੀ ਲਾਉਣੀ ਵੀ ਜ਼ਰੂਰੀ ਹੋਵੇਗੀ ਤਾਂ ਜੋ ਇਸ ਕਿਤਾਬ 'ਚ ਬਿਆਨ ਕੀਤੀਆਂ ਗਈਆਂ ਘਟਨਾਵਾਂ ਦੇ ਪਿਛੋਕੜ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕੇ। ਜਰਨੈਲ ਸਿੰਘ ਭਿੰਡਰਾਂਵਾਲੇ ਦਾ ਉਭਾਰ ਚੜ੍ਹਤ 1978 ਤੋਂ 84 ਤੱਕ। ਜਰਨੈਲ ਸਿੰਘ ਭਿੰਡਰਾਂਵਾਲੇ ਦਾ ਵਿਅਕਤੀਤਵ, ਹਸਤੀ, ਵੱਡੀ ਪੱਧਰ ਤੇ ਪੰਜਾਬ ਦੇ ਰਾਜਨੀਤਿਕ ਧਾਰਮਿਕ ਭੂ-ਦ੍ਰਿਸ਼ ਤੇ ਭਾਰੂ ਰਿਹਾ ਸੀ। ਮੈਂ ਇਸ ਨਾਮ ਨੂੰ ਪਹਿਲੀ ਵਾਰ 1981 ਵਿੱਚ ਸੁਣਿਆ ਸੀ, ਜਦੋਂ ਮੈਂ ਆਪਣੀ ਫੌਜ ਦੀ ਪੂਰਬੀ ਕਮਾਂਡ ਵਿੱਚ ਸੇਵਾ ਨਿਭਾ ਰਿਹਾ ਸਾਂ। ਮੈਂ ਅਸਾਮ ਵਿੱਚ ਵਿਦਿਆਰਥੀਆਂ ਦੇ ਘੋਲ ਨਾਲ ਜੁੜ ਕੇ ਤੇਜਪੁਰ ਗੇੜਾ ਮਾਰ ਰਿਹਾ ਸਾਂ। ਇੱਕ ਮਿੱਤਰ ਅਤੇ ਸਾਥੀ ਨੇ ਮੈਨੂੰ ਇਲਸਟਡ ਵੀਕਲੀ ਆਫ ਇੰਡੀਆ ਦਾ ਇੱਕ ਵਿਸ਼ੇਸ਼ ਅੰਕ ਦਿਖਾਇਆ ਜਿਸ ਵਿੱਚ ਮੁੱਖ ਮੋਰੀ ਲੇਖ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸਮਰਪਿਤ ਸੀ। ਭਿੰਡਰਾਂਵਾਲਾ ਪੰਜਾਬ ਦੇ ਸਿੱਖ ਨੌਜਵਾਨਾਂ ਵਿੱਚ ਵਿਸ਼ਵਾਸ ਦੇ ਰਵਾਇਤੀ ਧਾਰਮਿਕ ਅਸੂਲਾਂ ਜਿਵੇਂ ਅਣਕੱਟੀ ਲੰਬੀ ਦਾੜ੍ਹੀ ਰੱਖਣਾ, ਗੁਰਬਾਣੀ ਦਾ ਸਿਮਰਨ ਕਰਨਾ ਅਤੇ ਨਸ਼ਿਆਂ ਤੋਂ ਤਿਆਗ ਤੇ ਛੁਡਾਉਣ ਦੀ ਮੁਹਿੰਮ ਵਿੱਢ ਰਿਹਾ ਸੀ। ਇਹ ਅੰਕ ਪੇਂਡੂ ਪੰਜਾਬ ਵਿੱਚ ਉਸ ਦੀ ਉਭਰਦੀ ਹਰਮਨ ਪਿਆਰਤਾ ਤੇ ਰੌਸ਼ਨੀ ਪਾਉਂਦਾ ਸੀ। ਸਿੱਖੀ ਆਸਥਾ ਸਿੱਖ ਧਰਮ ਦਾ ਪੈਰੋਕਾਰ ਮੇਰਾ ਮਿੱਤਰ ਚੜ੍ਹਦੇ ਸੂਰਜ ਤੇ ਮਾਣ ਕਰਦਿਆਂ ਇੱਕ ਹੱਦ ਤੱਕ ਪਸੀਜ ਗਿਆ ਸੀ। ਇਹ ਭਿੰਡਰਾਂਵਾਲੇ ਦਾ ਇੱਕ ਸੰਤ ਸੁਭਾਅ ਵਾਲਾ ਬਿੰਬ ਸੀ ਜਿਹੜਾ ਪਿੱਛੋਂ ਜਾ ਕੇ ਇੱਕ ਸ਼ੈਤਾਨੀ ਬਿੰਬ ਵਿੱਚ ਪਲਟ ਗਿਆ ਸੀ। 1977 ਵਿੱਚ ਸੰਤ ਦੀ ਉਪਾਧੀ ਹਾਸਲ ਕਰਨ ਅਤੇ ਦਮਦਮੀ ਟਕਸਾਲ ਤਾਰਾ ਚਿੰਨ੍ਹ ਦੀ ਗੱਦੀ ਹਾਸਲ ਕਰਨ ਦੇ ਛੇਤੀ ਹੀ ਪਿੱਛੋਂ, ਉਹ ਰਾਜਨੀਤਿਕ ਅਖਾੜੇ ਵਿੱਚ ਕੁੱਦ ਪਿਆ। ਬਹੁਤੇ ਲੋਕਾਂ ਦਾ ਵਿਸ਼ਵਾਸ ਹੈ ਕਿ ਕੇਂਦਰ ਦੀ ਸਰਕਾਰ ਵਿੱਚ ਗ੍ਰਹਿਮੰਤਰੀ ਗਿਆਨੀ ਜੈਲ ਸਿੰਘ ਨੇ ਉਸ ਨੂੰ ਰਾਜਨੀਤਿਕ ਸ਼ਤਰੰਜ ਦੀ ਖੇਡ ਵਿੱਚ ਇੱਕ ਪਿਆਦੇ ਦੇ ਰੂਪ ਵਿੱਚ ਵਰਤਣ ਦਾ ਯਤਨ ਕੀਤਾ ਸੀ। ਗਿਆਨੀ ਜੈਲ ਸਿੰਘ ਨੇ ਉਸ ਨੂੰ ਗੁਪਤ ਤੌਰ ਤੇ ਉਦੋਂ ਦੇ ਕਾਂਗਰਸੀ ਮੁੱਖ ਮੰਤਰੀ ਉੱਤੇ ਦਬਾਅ ਪਾਉਣ, ਇਵੇਂ ਹੀ ਕੁਝ ਕੁ ਅਕਾਲੀ ਆਗੂਆਂ ਤੇ ਦਬਾਅ ਪਾਉਣ ਲਈ ਉਭਾਰਿਆ ਸੀ। 1978 ਤੋਂ ਪਿੱਛੋਂ ਇਹ ਮੰਨਿਆ ਜਾਂਦਾ ਹੈ ਕਿ ਕਾਂਗਰਸ ਪਾਰਟੀ ਦੇ ਇੱਕ ਹਿੱਸੇ ਦੀ ਸਰਪ੍ਰਸਤੀ ਦੀ ਇੱਕ ਨਿਸ਼ਚਿਤ ਹੱਦ ਤੱਕ ਨਿਗ ਮਾਣਨ ਵਾਲੇ ਭਿੰਡਰਾਂਵਾਲੇ ਦੇ ਹੁਕਮ ਤੇ ਅਨੇਕਾਂ ਸੰਗੀਨ ਜੁਰਮ ਕੀਤੇ ਗਏ ਹਨ। ਇਹਨਾਂ ਵਿੱਚੋਂ ਉਭਰਵੇਂ ਜੁਰਮਾਂ ਨੂੰ ਹੇਠਾਂ ਦਰਸਾਇਆ ਗਿਆ ਹੈ। ਵਕਫਾ ਨਿਰੰਕਾਰੀਆਂ ਨਾਲ ਟਕਰਾਅ 13 ਅਪ੍ਰੈਲ 1978 ਸਿੱਖਾਂ ਦੇ ਜਨਮ ਦਿਹਾੜੇ ਵਜੋਂ ਜਾਣੇ ਜਾਂਦੇ 13 ਅਪ੍ਰੈਲ ਦੇ ਵਿਸਾਖੀ ਵਾਲੇ ਦਿਨ, ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ ਸਰਕਾਰ ਨੇ ਨਿਰੰਕਾਰੀਆਂ ਨੂੰ ਅੰਮ੍ਰਿਤਸਰ ਤਾਰਾ ਚਿੰਨ੍ਹ ਧਾਰਮਿਕ ਵਿਦਿਆ ਮੰਦਰ ਮੁੱਢਲੇ ਤੌਰ ਤੇ ਬਠਿੰਡਾ ਨੇੜੇ ਦਮਦਮਾ ਸਾਹਿਬ ਵਿਖੇ ਚਲਾਇਆ ਗਿਆ ਸੀ, ਪਿੱਛੋਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਮਹਿਤਾ ਚੌਂਕ ਵਿਖੇ ਲਿਜਾਇਆ ਗਿਆ ਸੀ। ਵਿਖੇ ਇੱਕ ਸੰਮੇਲਨ ਕਰਨ ਦੀ ਇਜਾਜ਼ਤ ਦੇ ਦਿੱਤੀ। ਇਸ ਤਰ੍ਹਾਂ ਅਣਚਾਹਿਆਂ ਹੀ ਰੱਟੇ ਕਲੇਸ਼ ਦੀ ਸਟੇਜ ਸੈੱਟ ਕਰ ਦਿੱਤੀ ਗਈ। ਝਗੜੇ ਦੀ ਜੜ ਨਿਰੰਕਾਰੀਆਂ ਵੱਲੋਂ ਸਿੱਖੀ ਆਸਥਾ ਦੀ ਇੱਕ ਬੁਨਿਆਦੀ ਗਿਰੀ ਤੋਂ ਵਿਚਲਤ ਹੋਣ 'ਚ ਧਰੀ ਹੋਈ ਸੀ। ਜਿੱਥੋਂ ਤੱਕ ਰਵਾਇਤੀ ਸਿੱਖੀ ਆਸਥਾ ਦਾ ਸਵਾਲ ਹੈ, 10ਵੇਂ ਗੁਰੂ ਦੀ ਮੌਤ ਪਿੱਛੋਂ ਪਵਿੱਤਰ ਗ੍ਰੰਥ ਨੂੰ ਗੁਰੂ ਅਤੇ ਰਾਹ ਦਰਸਾਵੇ ਵਜੋਂ ਸਨਮਾਨਿਆ ਗਿਆ ਸੀ ਅਤੇ ਇਹ ਧਾਰਮਿਕ ਪਦਵੀ ਨਾ ਤਾਂ ਕਿਸੇ ਜੀਵਿਤ ਵਿਅਕਤੀ ਨੂੰ ਦਿੱਤੀ ਜਾ ਸਕਦੀ ਹੈ ਨਾ ਹੀ ਇਸ ਦੇ ਬਰਾਬਰ ਮੰਨਤ ਹੋ ਸਕਦੀ ਹੈ। ਨਿਰੰਕਾਰੀ ਇਸ ਦੇ ਉਲਟ ਇੱਕ ਜੀਵਿਤ ਗੁਰੂ ਰੱਖਦੇ ਹਨ, ਜਿਸ ਨੂੰ ਉਹ ਪੂਜਦੇ ਜਾਂ ਸਭ ਤੋਂ ਉੱਚਾ ਸਤਿਕਾਰ ਦਿੰਦੇ ਵੀ ਹਨ। ਉਸ ਸਮੇਂ ਨਿਰੰਕਾਰੀਆਂ ਦੀ ਇਸ ਧਾਰਮਿਕ ਪਦਵੀ ਤੇ ਬਾਬਾ ਗੁਰਬਚਨ ਸਿੰਘ ਬਿਰਾਜਮਾਨ ਸੀ। ਭਿੰਡਰਾਂਵਾਲੇ ਦੀ ਅਗਵਾਈ ਹੇਠ ਦਮਦਮੀ ਟਕਸਾਲ ਵਿਦਿਅਕ ਮੰਦਰ, ਇਸ ਰਵਾਇਤੀ ਆਸਥਾ ਦੀ ਰਖਵਾਲੀ ਹੋਣ ਦਾ ਦਾਅਵਾ ਕਰਦੀ ਸੀ ਅਤੇ ਜ਼ੋਰਦਾਰ ਢੰਗ ਨਾਲ ਨਿਰੰਕਾਰੀਆਂ ਦੇ ਇਸ ਅਮਲ ਦਾ ਵਿਰੋਧ ਕਰਦੀ ਸੀ। ਜਿਉਂ ਹੀ ਨਿਰੰਕਾਰੀਆਂ ਦਾ ਧਾਰਮਿਕ ਪ੍ਰਚਾਰ ਪ੍ਰਸਾਰ ਸ਼ੁਰੂ ਹੋਇਆ, ਭਿੰਡਰਾਂਵਾਲੇ ਦੇ ਹਥਿਆਰਬੰਦ ਹਮਾਇਤੀਆਂ ਨੇ ਚੱਲ ਰਹੇ ਪ੍ਰਚਾਰ ਪ੍ਰਸਾਰ ਨੂੰ ਭੰਗ ਕਰਕੇ ਰੋਕਣ ਦਾ ਯਤਨ ਕੀਤਾ। ਪ੍ਰਤੱਖ ਤੌਰ ਤੇ ਨਿਰੰਕਾਰੀਆਂ ਨੂੰ ਪਹਿਲਾਂ ਤਾੜਨਾ ਕੀਤੀ ਹੋਈ ਸੀ ਅਤੇ ਉਹ ਇਸ ਚੁਣੌਤੀ ਨੂੰ ਕਬੂਲ ਕਰਨ ਲਈ ਤਿਆਰ ਸਨ। ਜਦੋਂ ਭਿੰਡਰਾਂਵਾਲੇ ਦੀਆਂ ਹਮਾਇਤੀ ਟੁਕੜੀਆਂ ਵਿੱਚੋਂ ਇੱਕ ਅਖੰਡ ਕੀਰਤਨੀ ਜਥੇ ਦਾ ਆਗੂ ਫੌਜਾ ਸਿੰਘ, ਨਿਰੰਕਾਰੀ ਬਾਬਾ ਗੁਰਬਚਨ ਸਿੰਘ ਵੱਲ ਨੰਗੀ ਤਲਵਾਰ ਲੈ ਕੇ ਅੱਗੇ ਵਧਿਆ ਤਾਂ ਉਸਦੇ ਇੱਕ ਅੰਗ ਰੱਖਿਅਕ ਉਸ ਉੱਪਰ ਗੋਲੀ ਚਲਾ ਦਿੱਤੀ ਤੇ ਉਸ ਨੂੰ ਥਾਂ ਤੇ ਢੇਰੀ ਕਰ ਦਿੱਤਾ। ਇਸ ਮੁੱਠਭੇੜ ਵਿੱਚ 12 ਹੋਰ ਸਿੱਖ ਅਤੇ 3 ਨਿਰੰਕਾਰੀ ਮਾਰੇ ਗਏ। ਬਾਅਦ ਵਿੱਚ ਚੱਲੇ ਅਦਾਲਤੀ ਮੁਕੱਦਮੇ ਵਿੱਚੋਂ ਨਿਰੰਕਾਰੀ ਸਵੈ ਰੱਖਿਆ ਦੀ
ਦਲੀਲ ਦੇ ਆਧਾਰ ਤੇ ਬਰੀ ਹੋ ਗਏ। ਅਕਾਲੀ ਸਰਕਾਰ, ਭਾਵੇਂ ਭਿੰਡਰਾਂਵਾਲੇ ਦੇ ਕਾਜ ਦੀ ਹਮਦਰਦ ਸੀ, ਅਦਾਲਤੀ ਫੈਸਲੇ ਦੇ ਸਨਮੁਖ ਨਾ ਮਾਤਰ ਹੀ ਕੁਝ ਕਰ ਸਕੀ ਜਾਂ ਸ਼ਾਇਦ ਜਾਣ ਬੁੱਝ ਕੇ ਇਸ ਤੋਂ ਪਰਾਂ ਰਹੀ। ਭਿੰਡਰਾਂਵਾਲੇ ਨੇ ਬਦਲਾ ਲੈਣ ਭਾਜੀ ਮੁੜਨ ਦੀ ਸਹੁੰ ਖਾਧੀ ਅਤੇ ਨਿਰੰਕਾਰੀ ਗੁਰੂ ਦੇ ਭਾਵੀ ਕਾਤਲ ਨੂੰ ਸੋਨੇ ਨਾਲ ਤੋਲਣ ਦਾ ਵਾਅਦਾ ਕੀਤਾ। ਇਸ ਕਿਰਨਤ ਉਦੇਸ਼ ਨੂੰ ਭਾਈ ਰਣਜੀਤ ਸਿੰਘ ਅਤੇ ਉਸਦੇ ਸਾਥੀ ਕਾਬਲ ਸਿੰਘ ਨੇ 24 ਅਪ੍ਰੈਲ 1980 ਨੂੰ ਦਿੱਲੀ ਵਿੱਚ ਪੂਰਾ ਕੀਤਾ। ਭਾਈ ਰਣਜੀਤ ਸਿੰਘ ਨੂੰ 16 ਸਾਲਾਂ ਦੀ ਕੈਦ ਤਾਰਾ ਚਿੰਨ ਦੀ ਸਜ਼ਾ ਹੋਈ। ਬਿੰਦੀ ਉਸ ਨੂੰ ਸਜ਼ਾ ਪੂਰਤੀ ਤੋਂ ਪਹਿਲਾਂ ਰਿਹਾ ਕਰ ਦਿੱਤਾ ਗਿਆ ਅਤੇ ਪਿੱਛੋਂ ਅਕਾਲ ਤਖਤ ਦਾ ਜਥੇਦਾਰ ਨਿਯੁਕਤ ਕਰ ਦਿੱਤਾ ਗਿਆ। ਲਾਲਾ ਜਗਤ ਨਾਰਾਇਣ ਦਾ ਕਤਲ 9 ਸਤੰਬਰ 1981। ਲਾਲਾ ਜਗਤ ਨਾਰਾਇਣ ਜਲੰਧਰ ਆਧਾਰਿਤ ਰੋਜ਼ਾਨਾ ਅਖਬਾਰ ਸਮੂਹ ਹਿੰਦ ਸਮਾਚਾਰ ਦਾ ਮਾਲਕ ਤੇ ਛਾਪਕ ਸੀ। ਆਪਣੇ ਅਖਬਾਰ ਰਾਹੀਂ ਉਹ ਭਿੰਡਰਾਂਵਾਲੇ ਦੀਆਂ ਰਾਸ਼ਟਰ ਵਿਰੋਧੀ ਅਤੇ ਸਮਾਜ ਵਿਰੋਧੀ ਨੀਤੀਆਂ ਅਤੇ ਬਾਗੀਆਨਾ ਸਿੱਖਿਆਵਾਂ ਦੀ ਨਿੰਦਿਆ ਨਿਖੇਧੀ ਕਰਿਆ ਕਰਦਾ ਸੀ। ਮੂਲਵੇਂ ਰੂਪ 'ਚ ਭਿੰਡਰਾਂਵਾਲਾ ਸੁਨਹਿਰੀ ਮੰਦਰ ਤੋਂ ਆਪਣੇ ਰੋਜ਼ਾਨਾ ਭਾਸ਼ਣਾਂ ਵਿੱਚ ਲਾਲਾ ਜਗਤ ਨਾਰਾਇਣ ਵਿਰੁੱਧ ਜ਼ਹਿਰ ਉਗਲਣ ਦੇ ਨਾਲ-ਨਾਲ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਸੀ। ਅਖੀਰ ਉਸਦੇ 3 ਲਫਟੈਨਾਂ ਨੇ 9 ਸਤੰਬਰ 1981 ਵਾਲੇ ਦਿਨ ਧਮਕੀ ਨੂੰ ਅਮਲੀ ਰੂਪ ਦਿੰਦਿਆਂ ਕਾਰਵਾਈ ਕਰ ਦਿੱਤੀ। ਜਦੋਂ ਉਹ ਲੁਧਿਆਣੇ ਤੋਂ ਕਿਸੇ ਜਨਤਕ ਮੀਟਿੰਗ ਵਿੱਚ ਸ਼ਾਮਿਲ ਹੋਣ ਪਿੱਛੋਂ ਜਲੰਧਰ ਨੂੰ ਵਾਪਸ ਆ ਰਿਹਾ ਸੀ ਤਾਂ 3 ਮੋਟਰਸਾਈਕਲ ਤੇ ਸਵਾਰ ਅਤਿਵਾਦੀਆਂ ਨੇ ਲਾਡੋਵਾਲ ਨੇੜੇ ਉਸਦੀ ਕਾਰ ਉਲਟ ਪੁੱਠਾ ਕੌਮਾਂ ਤੇ ਛੁਪ ਕੇ ਅਚਾਨਕ ਹਮਲਾ ਕਰ ਦਿੱਤਾ। ਉਸਦਾ ਅਤੇ ਉਸਦੇ ਕਾਰ ਚਾਲਕ ਦਾ ਕਤਲ ਕਰ ਦਿੱਤਾ। ਸਾਰੇ ਦੇ ਸਾਰੇ ਤਿੰਨੇ ਕਾਤਲ ਜੀਰਾ ਨੇੜਲੇ ਪਿੰਡ ਮਾਨਾਵਾਲਾ, ਜ਼ਿਲ੍ਹਾ ਫਿਰੋਜ਼ਪੁਰ ਤਾਰਾ ਚਿੰਨ ਨਾਲ ਸੰਬੰਧਤ ਸਨ। ਮਹਿਤਾ ਚੌਂਕ ਵਿੱਚ ਗ੍ਰਿਫਤਾਰੀ ਅਤੇ ਰਿਹਾਈ ਲਾਲਾ ਜਗਤ ਨਾਰਾਇਣ ਦੇ ਕਤਲ ਦੇ ਚੱਲੇ ਅਜਮਾਇਸ਼ੀ ਮੁਕੱਦਮੇ ਵਿੱਚ ਭਿੰਡਰਾਂਵਾਲੇ ਨੂੰ ਇੱਕ ਦੋਸ਼ੀ ਵਜੋਂ ਲਿਆ ਗਿਆ ਸੀ, ਪਰੰਤੂ ਗ੍ਰਿਫਤਾਰ ਹੋਣ ਤੋਂ ਪਹਿਲਾਂ ਹੀ ਉਹ ਮੁੰਬਈ ਭੱਜ ਗਿਆ। ਉੱਥੇ ਉਹ ਸਿੱਖ ਫਿਰਕੇ ਦੇ ਲੋਕਾਂ ਦੀ ਸਹਾਇਤਾ ਨਾਲ ਕੁਝ ਚਿਰ ਲਈ ਗੁਪਤਵਾਸ ਹੋ ਗਿਆ। ਪਿੱਛੋਂ ਉਹ ਮਹਾਰਾਸ਼ਟਰ ਦੀ ਪੁਲਿਸ ਨੂੰ ਧੋਖਾ ਦੇ ਕੇ ਉੱਥੋਂ ਨਿਕਲ ਗਿਆ ਅਤੇ ਪੰਜਾਬ ਵਿੱਚ ਮਹਿਤਾ ਚੌਂਕ ਵਿਖੇ ਆਪਣੇ ਮੁੱਢਲੇ ਟਿਕਾਣੇ ਤੇ ਵਾਪਸ ਮੁੜ ਆਇਆ। ਇੱਥੇ 20 ਸਤੰਬਰ ਨੂੰ ਇੱਕ ਭੜਕੀਲੀ ਤਕਰੀਰ ਬਾਅਦ ਉਸਨੇ ਆਤਮ ਸਮਰਪਣ ਕਰ ਦਿੱਤਾ। ਗ੍ਰਿਫਤਾਰੀ ਤੇ ਤਕਰੀਰ ਨੇ ਸਮਰਥਕਾਂ ਨੂੰ ਹੋਰ ਉਤੇਜਿਤ ਕਰ ਦਿੱਤਾ। ਜਿਉਂ ਹੀ ਉਹ ਉਤੇਜਿਤ ਹੋਏ ਤਾਂ ਆਪਣੀ ਸ਼ਾਂਤੀ ਗੁਆ ਬੈਠੇ, ਹਿੰਸਾ ਭੜਕ ਗਈ। 13 ਸਿੱਖ ਪੁਲਿਸ ਦੀਆਂ ਗੋਲੀਆਂ ਨਾਲ ਢੇਰੀ ਹੋ ਗਏ। ਇਸ ਕਾਰਵਾਈ ਨੇ ਅੱਗ ਨੂੰ ਹੋਰ ਲਾਂਭੂ ਲਾਉਣ ਲਈ ਹੋਰ ਤਾਜ਼ਾ ਬਾਲਣ ਮੁਹੱਈਆ ਕੀਤਾ। ਮੁਕੱਦਮੇ ਦੀ ਕਾਰਵਾਈ ਕਤਲ ਦੇ ਮਾਮਲੇ 'ਚ ਭਿੰਡਰਾਂਵਾਲੇ ਦੀ ਸ਼ਮੂਲੀਅਤ ਦਾ ਸ਼ਕਤੀਸ਼ਾਲੀ ਸਬੂਤ ਪੇਸ਼ ਕਰਨ ਵਿੱਚ ਅਸਫਲ ਹੋ ਗਈ। ਕੁਝ ਜਾਣਕਾਰ ਸੋਮਿਆ ਨੇ ਦੋਸ਼ ਲਾਇਆ ਕਿ ਸਰਕਾਰ ਨੇ ਜਾਣਬੁੱਝ ਕੇ ਉਸ ਦੇ ਵਿਰੁੱਧ ਮੁਕੱਦਮੇ ਨੂੰ ਕਮਜ਼ੋਰ ਕਰਨ ਲਈ ਇਸ਼ਾਰਾ ਕੀਤਾ ਸੀ। ਤਾਰਾ ਚਿੰਨ ਇਹਨਾਂ ਵਿੱਚੋਂ ਨਛੱਤਰ ਸਿੰਘ ਰੋਡੇ ਨੂੰ 16 ਸਾਲ ਦੀ ਲੰਮੀ ਉਮਰ ਕੈਦ ਹੋ ਗਈ। ਦੂਜੇ ਦੋ ਦਲਬੀਰ ਸਿੰਘ ਅਭਿਆਸੀ ਅਤੇ ਸਵਰਨ ਸਿੰਘ ਰੋਡੇ, ਪਿੱਛੋਂ ਜੂਨ 1984 ਵਿੱਚ ਸੁਨਹਿਰੀ ਮੰਦਰ ਅੰਦਰ ਆਪਰੇਸ਼ਨ ਨੀਲਾ ਤਾਰਾ ਦੌਰਾਨ ਮਾਰੇ ਗਏ ਸਨ। 14 ਅਕਤੂਬਰ ਨੂੰ ਗ੍ਰਹਿਮੰਤਰੀ ਗਿਆਨੀ ਜੈਲ ਸਿੰਘ ਨੇ ਲੋਕ ਸਭਾ ਅੰਦਰ ਪਹਿਲਾਨ ਕਦੇ ਘੱਟ ਹੀ ਦੇਖੀ ਸੁਣੀ ਪ੍ਰਕਿਰਿਆ ਦੌਰਾਨ ਇੱਕ ਆਮ ਜਨਤਕ ਐਲਾਨ ਕੀਤਾ ਕਿ ਭਿੰਡਰਾਂਵਾਲੇ ਨੂੰ ਰਿਹਾ ਕੀਤਾ ਜਾ ਰਿਹਾ ਹੈ ਕਿਉਂਕਿ ਉੱਥੇ ਉਸ ਦੀ ਸ਼ਮੂਲੀਅਤ ਨੂੰ ਸਿੱਧ ਕਰਨ ਲਈ ਕੋਈ ਸਬੂਤ ਨਹੀਂ ਸੀ। ਬਿੰਦੀ 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 ਹਿੰਸਾ ਦਾ ਦੌਰ 1981 ਤੋਂ 82। ਮਹਿਤਾ ਚੌਂਕ 'ਚ ਵਾਪਰੇ ਕਾਂਡ ਦੇ ਪ੍ਰਤੀਕਰਮ ਵਜੋਂ ਹਿੰਸਾ ਦੀ ਇੱਕ ਲਹਿਰ ਨੇ ਸਮੁੱਚੇ ਪੰਜਾਬ ਨੂੰ ਘੇਰ ਲਿਆ। ਲਾਲਾ ਜਗਤ ਨਾਰਾਇਣ ਦੀ ਮੌਤ ਪਿੱਛੋਂ ਉਸ ਦੇ ਪੁੱਤਰ ਰਮੇਸ਼ ਨੇ ਆਪਣੇ ਅਖਬਾਰ 'ਚ ਭਿੰਡਰਾਂਵਾਲੇ ਅਤੇ ਉਸ ਦੇ ਜ਼ਹਿਰੀਲੇ ਪ੍ਰਚਾਰ ਵਿਰੁੱਧ ਗੁਰਜ ਨੂੰ ਚੁੱਕ ਲਿਆ। ਬਦਲੇ ਲੈਣ ਦੀ ਲੜੀ ਨੂੰ ਜਾਰੀ ਰੱਖਦਿਆਂ ਅਤਿਵਾਦੀਆਂ ਨੇ ਉਸ ਨੂੰ 1982 ਵਿੱਚ ਬੰਦੂਕ ਦੀ ਗੋਲੀ ਨਾਲ ਚਿੱਤ ਕਰ ਦਿੱਤਾ। ਇਸ ਪਿੱਛੋਂ ਹਿੰਦੂਆਂ ਨੂੰ ਚੁਣ-ਚੁਣ ਕੇ ਮਾਰਨ, ਰੇਲ ਗੱਡੀ ਦੀਆਂ ਲੀਹਾਂ ਪੁੱਟਣ ਅਤੇ ਇੱਥੋਂ ਤੱਕ ਕਿ ਘਰੇਲੂ ਉਡਾਣ ਤੇ ਜਾ ਰਹੇ ਇੱਕ ਹਵਾਈ ਜਹਾਜ਼ ਨੂੰ ਅਗਵਾ ਕਰਕੇ ਪਾਕਿਸਤਾਨ ਵਿੱਚ ਲਾਹੌਰ ਲਿਜਾਣ ਦੀਆਂ ਕਾਰਵਾਈਆਂ ਕੀਤੀਆਂ ਗਈਆਂ। 2-3 ਵਾਰ, ਸਾਫ਼ ਤੌਰ ਤੇ ਫਿਰਕੂ ਜਜ਼ਬਾਤਾਂ ਭਾਵਨਾਵਾਂ ਨੂੰ ਚੁਆਤੀ ਲਾਉਣ ਲਈ, ਸ਼ਰਾਰਤੀ ਅਨਸਰਾਂ ਵੱਲੋਂ ਸੁੱਟੇ ਗਏ ਗਊਆਂ ਦੇ ਵੱਡੇ ਹੋਏ ਸਿਰ ਹਿੰਦੂ ਮੰਦਰਾਂ ਵਿੱਚ ਪਾਏ ਗਏ।
15 ਅਕਤੂਬਰ 1983 ਨੂੰ ਜ਼ਿਲ੍ਹਾ ਕਪੂਰਥਲਾ ਵਿੱਚ ਢਿਲਵਾਂ ਨੇੜੇ ਅਤਿਵਾਦੀਆਂ ਨੇ ਇੱਕ ਬੱਸ ਵਿੱਚੋਂ 6 ਨਿਰਦੋਸ਼ ਵਿਅਕਤੀਆਂ ਨੂੰ ਤੂਹ ਕੇ ਬਾਹਰ ਕੱਢ ਲਿਆ ਅਤੇ ਉਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਉਹਨਾਂ ਦਾ ਕਸੂਰ ਸਿਰਫ ਇਹ ਸੀ ਕਿ ਉਹ ਹਿੰਦੂ ਸਨ। ਹੁਕਮ ਕਾਨੂੰਨ ਦਾ ਨਿਰਦੇਸ਼ ਅੰਕ ਸਭ ਤੋਂ ਵੱਧ ਨਿਵਾਨ ਵਿੱਚ ਡੁੱਬ ਗਿਆ ਸੀ। ਦਰਬਾਰਾ ਸਿੰਘ ਦੀ ਕਾਂਗਰਸ ਸਰਕਾਰ ਨੂੰ ਬਰਤਰਫ ਕਰ ਦਿੱਤਾ ਗਿਆ ਅਤੇ ਗਵਰਨਰੀ ਰਾਜ ਮਾਰ ਦਿੱਤਾ ਗਿਆ। ਡੀ.ਆਈ.ਜੀ. ਅਟਵਾਲ ਦਾ ਕਤਲ 25 ਅਪ੍ਰੈਲ 1983 ਨੂੰ ਹਾਲਾਤ ਸਭ ਹੱਦਾਂ ਬੰਨੇ ਟੱਪ ਗਏ ਜਦੋਂ ਚਿੱਟੇ ਦਿਨ ਪੁਲਿਸ ਦੇ ਇੱਕ ਸਿੱਖ ਡਿਪਟੀ ਇਨਸਪੈਕਟਰ ਜਨਰਲ ਡੀ.ਆਈ.ਜੀ. ਅਵਤਾਰ ਸਿੰਘ ਅਟਵਾਲ ਨੂੰ ਸੁਨਹਿਰੀ ਮੰਦਰ ਦੇ ਪਰਿਸਰ ਵਿੱਚ, ਜਿਉਂ ਹੀ ਉਹ ਉੱਥੇ ਮੁੱਬਾ ਟੇਕਣ ਪਿੱਛੋਂ ਬਾਹਰ ਨਿਕਲ ਰਿਹਾ ਸੀ, ਗੋਲੀਆਂ ਨਾਲ ਭੁੰਨ ਦਿੱਤਾ। ਇਹ ਸ਼ੌਕ ਕੀਤਾ ਜਾਂਦਾ ਸੀ ਕਿ ਡੀ.ਆਈ.ਜੀ. ਅਤਿਵਾਦੀਆਂ ਵਿਰੁੱਧ ਪੁਲਿਸ ਦੀ ਕੋਈ ਸੰਭਾਵਤ ਕਾਰਵਾਈ ਲਈ ਤਿਆਰ ਕੀਤੀ ਗਈ ਮੋਰਚਾ ਬੰਦੀ ਦਾ ਬਹੁ ਪਤਾ ਲਾਉਣ ਲਈ ਅੰਦਰ ਗਿਆ ਸੀ। ਇੱਕ ਵਿਸ਼ਵਾਸਯੋਗ ਮਿੱਤਰ ਨੇ ਮੈਨੂੰ ਦੱਸਿਆ ਕਿ ਅਟਵਾਲ ਦਾ ਕਿਵੇਂ ਅਤੇ ਕਿਉਂ ਸਫਾਇਆ ਕੀਤਾ ਗਿਆ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉਸ ਨੂੰ ਭਿੰਡਰਾਂਵਾਲੇ ਦਾ ਸਫਾਇਆ ਕਰਨ ਦਾ ਕਾਰਜ ਸੌਂਪਿਆ ਗਿਆ ਸੀ। ਅੱਗੋਂ ਉਸਨੇ ਪੁਲਿਸ ਦੇ ਸੁਪਰਡੈਂਟ ਐਸ.ਪੀ. ਪਾਂਡੇ ਨੂੰ ਇਹ ਕਾਰਜ ਸੰਭਾਲ ਦਿੱਤਾ। ਆਪਰੇਸ਼ਨ ਨੂੰ ਸੌਖਾਲਾ ਕਰਨ ਲਈ ਪੁਲਿਸ ਦੇ 2 ਸਬ ਇਨਸਪੈਕਟਰਾਂ ਨੂੰ ਭਿੰਡਰਾਂਵਾਲੇ ਦੀਆਂ ਸਰਗਰਮੀਆਂ ਅਤੇ ਕਾਰਵਾਈਆਂ ਦੀ ਰਿਪੋਰਟ ਲੈਣ ਲਈ ਪਰਿਸਰ ਅੰਦਰ ਲਾਇਆ ਹੋਇਆ ਸੀ। ਉਹਨਾਂ ਨੇ ਭਿੰਡਰਾਂਵਾਲੇ ਦੇ ਪੈਰੋਕਾਰਾਂ ਦਾ ਰੂਪ ਧਾਰ ਕੇ ਗੁਰੂ ਨਾਨਕ ਨਿਵਾਸ ਵਿੱਚ ਇੱਕ ਕਮਰਾ ਲਿਆ ਹੋਇਆ ਸੀ। ਕਿਵੇਂ ਨਾ ਕਿਵੇਂ, ਭਿੰਡਰਾਂਵਾਲੇ ਨੂੰ ਇਹਨਾਂ ਦੀ ਵਿਸ਼ਵਾਸ ਪਾਤਰਤਾ ਤੇ ਸ਼ੱਕ ਖੜ੍ਹਾ ਹੋ ਗਿਆ। ਸੰਭਵ ਤੌਰ ਤੇ ਇਸ ਨੂੰ ਸਾਫ਼ ਕਰਨ ਲਈ 22 ਤੇ 23 ਅਪ੍ਰੈਲ ਨੂੰ ਭਿੰਡਰਾਂਵਾਲੇ ਨੇ, ਇਹਨਾਂ 2 ਪੈਰੋਕਾਰਾਂ ਦੇ ਕੰਨਾਂ ਤੱਕ ਪਹੁੰਚਦੀ ਕਰਨ ਵਾਲੀ ਆਵਾਜ਼ ਵਿੱਚ ਐਲਾਨ ਕੀਤਾ ਕਿ ਉਸ ਦੀ ਇੱਛਾ ਮਹਿਤਾ ਚੌਂਕ ਨੂੰ ਅਗਲੀ ਸਵੇਰੇ ਸਵਖਤੇ ਜਾਣ ਦੀ ਹੈ। ਅਗਲੀ ਸਵੇਰ ਦੱਸੇ ਗਏ ਸਮੇਂ ਅਨੁਸਾਰ ਉਹ ਕੁਝ ਹੋਰ ਪੈਰੋਕਾਰਾਂ ਸਮੇਤ ਇੱਕ ਜੀਪ ਤੇ ਸਵਾਰ ਹੋ ਗਿਆ। ਜਿਉਂ ਹੀ ਜੀਪ ਸੁਨਹਿਰੀ ਮੰਦਰ ਵਿੱਚੋਂ ਬਾਹਰ ਨਿਕਲੀ, ਦੋਨਾਂ ਸੂਹੀਏ ਪੈਰੋਕਾਰਾਂ ਨੇ ਐਸ.ਪੀ. ਪਾਂਡੇ ਨੂੰ ਸੂਹ ਦੇ ਦਿੱਤੀ, ਜਿਹੜਾ ਨੇੜਲੇ ਪਿੰਡ ਮਾਨਾਂਵਾਲੇ ਕੋਲ ਮੌਤ ਦਾ ਫੰਦਾ ਵਿਛਾਈ ਤਿਆਰ ਬੈਠਾ ਸੀ। ਸੁਨਹਿਰੀ ਮੰਦਰ ਵਿੱਚ ਥੋੜਾ ਜਿਹਾ ਦੂਰ ਜਾ ਕੇ, ਭਿੰਡਰਾਂਵਾਲਾ ਇੱਕ ਛੋਟੀ ਜਿਹੀ ਤੰਗ ਗਲੀ ਵਿੱਚ ਉਤਰ ਗਿਆ ਅਤੇ ਜਿੱਥੋਂ ਉਹ ਛੁਪ ਕੇ, ਪਿਛਲੇ ਦਰਵਾਜ਼ੇ ਰਾਹੀਂ ਗੁਰੂ ਨਾਨਕ ਨਿਵਾਸ ਵਿੱਚ ਆਪਣੇ ਕਮਰੇ ਵਿੱਚ ਵਾਪਸ ਤੁਰ ਕੇ ਆ ਗਿਆ। ਜਦ ਕਿ ਜੀਪ ਬਾਕੀ ਸਵਾਰਾਂ ਨੂੰ ਲੈ ਕੇ ਆਪਣੀ ਮੰਜ਼ਿਲ ਵੱਲ ਅੱਗੇ ਵਧਦੀ ਗਈ। ਜਿਵੇਂ ਹੀ ਜੀਪ ਮੌਤ ਦੇ ਫੰਦੇ ਕੋਲ ਪਹੁੰਚੀ ਤਾਂ ਪਾਂਡੇ ਦੀ ਪਾਰਟੀ ਨੇ ਇਹ ਮੰਨ ਕੇ ਕਿ ਜੀਪ ਵਿਚਲੇ ਸਵਾਰਾਂ ਵਿੱਚੋਂ ਇੱਕ ਭਿੰਡਰਾਂਵਾਲਾ ਹੈ, ਗੋਲੀਆਂ ਚਲਾ ਦਿੱਤੀਆਂ। ਬੰਦੂਕਾਂ ਦੀ ਲੜਾਈ ਵਿੱਚ ਕੁਝ ਸਵਾਰ ਜ਼ਖਮੀ ਹੋ ਗਏ। ਫਿਰ ਵੀ, ਡਰਾਈਵਰ ਨੇ ਵਾਪਸ ਮੁੜਨ ਦਾ ਢਾਰਸ ਕਰ ਲਿਆ ਅਤੇ ਲਗਭਗ ਸਵੇਰੇ 7 ਵਜੇ ਸੁਨਹਿਰੀ ਮੰਦਰ ਵਿੱਚ ਸੁਰੱਖਿਅਤ ਵਾਪਸ ਪਹੁੰਚ ਗਿਆ। ਸੂਹੀਆਂ ਦੀ ਚਾਲ ਨੰਗੀ ਹੋ ਗਈ ਸੀ। ਉਹਨਾਂ ਨੂੰ ਸਰਵਉੱਚਤਮ ਅਧਿਕਾਰੀ ਸਾਹਮਣੇ ਪੇਸ਼ ਕੀਤਾ ਗਿਆ। ਜਦੋਂ ਉਹਨਾਂ ਨੇ ਉਦੇਸ਼ ਲਈ ਵਫਾਦਾਰ ਰਹਿਣ ਦੀ ਸਹੁੰ ਖਾਧੀ ਤਾਂ ਉਹਨਾਂ ਨੂੰ ਇਹ ਸਿੱਧ ਕਰਨ ਲਈ ਕਿਹਾ ਗਿਆ ਕਿ ਉਹ ਕਿਸੇ ਬਹਾਨੇ ਅਟਵਾਲ ਨੂੰ ਝਾਂਸਾ ਦੇ ਕੇ ਸੁਨਹਿਰੀ ਮੰਦਰ ਅੰਦਰ ਲੈ ਕੇ ਆਉਣ। ਸਿਰਫ ਇੰਨਾ ਹੀ ਨਹੀਂ ਸਗੋਂ, ਉਹਨਾਂ ਨੂੰ ਖੁਦ ਆਪਣੇ ਉੱਚ ਅਧਿਕਾਰੀ ਨੂੰ ਮਾਰਨ ਲਈ ਵੀ ਕਿਹਾ ਗਿਆ। ਇਹ ਵੀ ਇੱਕ ਭੇਦ ਹੀ ਹੈ ਕਿ ਅਟਵਾਲ ਨੇ ਝੂਠੇ ਨਾਟਕ ਤੇ ਸ਼ੱਕ ਕਿਉਂ ਨਾ ਕੀਤਾ ਅਤੇ ਵਿਛਾਈ ਗਈ ਫਾਹੀ 'ਚ ਫਸ ਗਿਆ। ਇਹ ਗੱਲ ਵੀ ਯਕੀਨੀ ਨਹੀਂ ਹੈ ਕਿ ਅਟਵਾਲ ਨੂੰ ਉਹਨਾਂ ਵਿੱਚੋਂ ਇੱਕ ਨੇ ਮਾਰਿਆ ਸੀ ਜਾਂ ਕਿਸੇ ਹੋਰ ਖਾੜਕੂ ਨੇ ਜਿਸਨੇ ਵੀ ਅਟਵਾਲ ਨੂੰ ਮਾਰਿਆ ਉਹ ਸ਼ਾਂਤਮਈ ਢੰਗ ਨਾਲ ਰੱਬ ਦੇ ਘਰ ਦੀ ਸੁਰੱਖਿਆ ਵਿੱਚ ਵਾਪਸ ਤੁਰ ਕੇ ਚਲਿਆ ਗਿਆ। ਘਟਨਾਕ੍ਰਮ ਨੇ ਫਿਰ ਇੱਕ ਹੋਰ ਮੋੜਾ ਕੱਟਿਆ। ਦੋਨੋਂ ਲਗਾਏ ਗਏ ਸਬ ਇਨਸਪੈਕਟਰਾਂ ਦਾ ਸਫਾਇਆ ਵੀ ਅਟਵਾਲ ਦੀ ਮੌਤ ਤੋਂ ਛੇਤੀ ਹੀ ਪਿੱਛੋਂ ਕਰ ਦਿੱਤਾ ਗਿਆ। ਬਿੰਦੀ 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 ਜ਼ਹਿਰੀਲਾ ਪ੍ਰਚਾਰ। ਉੱਪਰ ਵਰਣਨ ਕੀਤੀਆਂ ਗਈਆਂ ਘਟਨਾਵਾਂ ਨੇ ਇੱਕ ਪੌੜੀ ਦੇ ਡੰਡਿਆਂ ਵਾਂਗ ਭਿੰਡਰਾਂਵਾਲੇ ਦੀ ਹਰਮਨਪਿਆਰਤਾ ਨੂੰ ਟੀਸੀ ਤੇ ਚੜ੍ਹਾ ਦਿੱਤਾ। ਖਾਸ ਕਰਕੇ ਲਾਲਾ ਜਗਤ ਨਾਰਾਇਣ ਦੇ ਕਤਲ ਕੇਸ ਵਿੱਚੋਂ ਆ ਰਿਹਾਈ ਪਿੱਛੋਂ, ਉਸ ਦੀ ਛਵੀ ਅਸਮਾਨ ਛੂਹਣ ਲੱਗ ਪਈ। ਹੁਣ ਨੌਜਵਾਨ ਲੜਕਿਆਂ ਅਤੇ ਲੜਕੀਆਂ ਨੂੰ ਅੰਮ੍ਰਿਤ ਛਕਾਉਣ,
ਉਹਨਾਂ ਨੂੰ ਕੱਟੜ ਸਿੱਖ ਰਵਾਇਤ ਅਤੇ ਧਾਰਮਿਕ ਗ੍ਰੰਥਾਂ ਦੇ ਪੈਰੋਕਾਰ ਬਣਾਉਣ ਅਤੇ ਨਸ਼ਿਆਂ ਤੋਂ ਤਿਆਗ ਕਰਾਉਣ ਦੀਆਂ ਸਿੱਖਿਆਵਾਂ ਦੇਣ ਲਈ ਉਹ ਪੰਜਾਬ ਦੇ ਪਿੰਡਾਂ ਦੇ ਚੱਕਰ ਲਗਾਉਣ ਲੱਗ ਪਿਆ ਸੀ। ਇਹਨਾਂ ਸਰਗਰਮੀਆਂ ਵਿੱਚ ਕੁਝ ਵੀ ਇਤਰਾਜ਼ਯੋਗ ਨਹੀਂ ਸੀ। ਪਰੰਤੂ ਉਹ ਉਦੋਂ ਹੱਦ ਟੱਪ ਗਿਆ ਸੀ, ਜਦੋਂ ਉਹ ਸਿੱਖ ਲੜਕਿਆਂ ਨੂੰ ਧਾਰਮਿਕ ਚਿੰਨ੍ਹ ਕਿਰਪਾਨ ਦੇ ਨਾਲ-ਨਾਲ ਬੰਦੂਕਾਂ ਚੁੱਕ ਕੇ ਮੋਢੇ ਪਾਉਣ ਅਤੇ ਹਰ ਇੱਕ ਨੂੰ ਮੋਟਰਸਾਈਕਲ ਰੱਖਣ ਦੀਆਂ ਨਸੀਹਤਾਂ ਦੇਣ ਲੱਗ ਪਿਆ। ਇਹ ਇੱਕ ਅਜਿਹਾ ਪ੍ਰਭਾਵ ਪੈਦਾ ਕਰਦਾ ਸੀ ਜਿਵੇਂ ਕਿ ਇੱਕ ਧਾਰਮਿਕ ਜਹਾਦ ਨੇੜ ਭਵਿੱਖ 'ਚ ਅਟਲ ਹੋਵੇ। ਆਪਣੇ ਭਾਸ਼ਣਾਂ ਵਿੱਚ ਸਰਕਾਰ ਹੱਥੋਂ ਸਿੱਖਾਂ ਵਿਰੁੱਧ ਕੀਤੀਆਂ ਵਧੀਕੀਆਂ ਤੇ ਬੇਇਨਸਾਫੀਆਂ ਦਾ ਉਹ ਬਹੁਤ ਹੀ ਵਧਾ ਚੜ੍ਹਾ ਕੇ ਮੁਲਾਂਕਣ ਕਰਦਾ ਜੋ ਕੁਝ ਸੱਚਾ ਵੀ ਸੀ। ਪਰੰਤੂ ਉਹ ਇਸ ਨੂੰ ਖੂੰਖਾਰ ਬਣਾ ਕੇ ਪੇਸ਼ ਕਰਦਾ ਸੀ। ਉਹ ਸਿੱਖਾਂ ਨੂੰ ਹਿੰਦੂ ਦਾਬੇ ਦੇ ਜੂਲੇ ਤੋਂ ਸਦਾ ਲਈ ਮੁਕਤ ਕਰਾਉਣ ਦੀ ਅਪੀਲ ਕਰਦਾ ਸੀ। ਉਦੋਂ ਛੋਟੀਆਂ-ਮੋਟੀਆਂ ਘਟਨਾਵਾਂ ਵੀ ਰੂਪ ਬਦਲ ਕੇ ਸਾਹਮਣੇ ਆਉਂਦੀਆਂ ਸਨ ਅਤੇ ਉਹਨਾਂ ਨੂੰ ਧਾਰਮਿਕ ਰੰਗਤ ਵਿੱਚ ਰੰਗ ਕੇ ਜਨਤਾ ਨੂੰ ਪਰੋਸਿਆ ਜਾਂਦਾ ਸੀ। ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਜਨੂੰਨੀ ਹਿੰਦੂਆਂ ਦੁਆਰਾ ਪਵਿੱਤਰ ਧਾਰਮਿਕ ਗ੍ਰੰਥ ਦੇ ਪੰਨਿਆਂ ਨੂੰ ਜਲਾਉਣ ਅਤੇ ਜ਼ਬਰਦਸਤੀ ਸਿੱਖਾਂ ਦੇ ਵਾਲ ਅਤੇ ਦਾੜ੍ਹੀ ਕੱਟਣ ਦੀਆਂ ਕਹਾਣੀਆਂ ਨੂੰ ਹੱਥੋਂ-ਹੱਥੀਂ ਲੋਕ ਸਮੂਹਾਂ ਵਿੱਚ ਫੇਰਿਆ ਜਾਂਦਾ ਸੀ। ਇਸ ਸਮੇਂ ਇੱਕ ਫੌਜੀ ਟੁਕੜੀ ਅੰਦਰ ਇੱਕ ਘਟਨਾ ਘਟੀ, ਜਿਸ ਵਿੱਚ ਮੈਂ ਇੱਕ ਸਟਾਫ ਅਫਸਰ ਵਜੋਂ ਵਿਅਕਤੀਗਤ ਤੌਰ ਤੇ ਵਿਚਰ ਰਿਹਾ ਸੀ। ਉਸ ਘਟਨਾ ਨੂੰ ਹੇਠਾਂ ਵਰਣਨ ਕੀਤਾ ਗਿਆ ਹੈ ਤਾਂ ਜੋ ਉਸ ਢੰਗ ਤੇ ਰੋਸ਼ਨੀ ਪਾਈ ਜਾ ਸਕੇ ਕਿ ਕਿਵੇਂ ਇਸ ਨੂੰ ਧਾਰਮਿਕ ਪੁੱਟ ਚਾੜੀ ਗਈ ਸੀ। 1983 ਵਿੱਚ ਅੰਮ੍ਰਿਤਸਰ ਆਧਾਰਿਤ 15 ਇਨਫੈਂਟਰੀ ਡਿਵੀਜ਼ਨ 15 ਆਈ. ਡੀ. ਦੀ ਇੱਕ ਸਿੱਖ ਟੁਕੜੀ, ਭਾਰਤ-ਪਾਕਿਸਤਾਨ ਦੀ ਸਰਹੱਦ ਦੇ ਨੇੜੇ, ਪਿੰਡ ਮਹਾਵਾ ਕੋਲ ਮੈਦਾਨੀ ਖੇਤਰ ਵਿੱਚ ਸਿਖਲਾਈ ਲੈ ਰਹੀ ਸੀ। ਅਭਿਆਸ ਦੌਰਾਨ ਇੱਕ ਹਥਿਆਰ ਕਾਰਬਾਈਨ ਗੁਆਚ ਗਿਆ। ਇਹ ਸ਼ੱਕ ਜ਼ਾਹਰ ਕੀਤਾ ਗਿਆ ਕਿ ਉਸੇ ਕੰਪਨੀ ਦੇ ਕੁਝ ਜਵਾਨਾਂ ਨੇ ਜਾਣ-ਬੁੱਝ ਕੇ ਹਥਿਆਰ ਨੂੰ ਗਲਤ ਸਥਾਨ ਤੇ ਰੱਖਿਆ ਸੀ, ਤਾਂ ਜੋ ਉਸ ਜਵਾਨ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ, ਜਿਸ ਨਾਲ ਇਹ ਹਥਿਆਰ ਸੰਬੰਧਿਤ ਸੀ। ਫੌਜ ਵਿੱਚ ਇੱਕ ਹਥਿਆਰ ਦੇ ਗੁੰਮ ਹੋਣ ਨੂੰ ਇੱਕ ਗੰਭੀਰ ਅਪਰਾਧ ਵਜੋਂ ਲਿਆ ਜਾਂਦਾ ਹੈ। ਹਥਿਆਰ ਕਿਸੇ ਸਮਾਜ ਵਿਰੋਧੀ ਅਨਸਰ ਦੇ ਹੱਥ ਲੱਗ ਸਕਦਾ ਸੀ। ਇਸ ਤੋਂ ਵੱਧ ਗੱਲ ਇਹ ਸੀ ਕਿ ਇਹ ਫੌਜੀ ਟੁਕੜੀ ਦੇ ਨਾਮ ਨੂੰ ਬਦਨਾਮੀ ਦਿਵਾਉਂਦੀ ਸੀ। ਜਦੋਂ ਪੁੱਛ-ਪੜਤਾਲ ਦਾ ਅਮਲ ਚੱਲਿਆ ਤਾਂ ਕਿਸੇ ਨੇ ਵੀ ਦੋਸ਼ ਨੂੰ ਨਾ ਕਬੂਲਿਆ। ਹੇਠਲੀ ਪੱਧਰ ਤੇ ਇਹ ਫੈਸਲਾ ਕੀਤਾ ਗਿਆ ਕਿ ਸੱਚਾਈ ਕਢਵਾਉਣ ਲਈ ਤੀਜੀ ਡਿਗਰੀ ਦੇ ਢੰਗ ਭਾਵ ਸਰੀਰਕ ਤਸੀਹੇ ਤਰੀਕੇ ਵਰਤੇ ਜਾਣ। ਸ਼ੱਕੀਆਂ ਨੂੰ ਇੱਕ ਦਰੱਖਤ ਤੇ ਪੁੱਠਾ ਲਟਕਾਇਆ ਗਿਆ ਅਤੇ ਬੁਰੀ ਤਰ੍ਹਾਂ ਕੁੱਟਿਆ ਗਿਆ। ਉਨ੍ਹਾਂ ਵਿੱਚੋਂ ਸ਼ੀਤਲ ਸਿੰਘ ਨਾਮ ਦਾ ਇੱਕ ਵਿਅਕਤੀ ਇਸ ਪ੍ਰਕਿਰਿਆ 'ਚ ਮਾਰਿਆ ਗਿਆ। ਮਸਲੇ ਨਾਲ ਜੁੜੇ 4 ਅਫਸਰਾਂ ਵਿੱਚੋਂ 3 ਜਣੇ ਹਿੰਦੂ ਸਨ ਸਮੇਤ ਕਮਾਂਡਿੰਗ ਅਫਸਰ ਸੀ। ਉਹ ਦੇ ਜਦਕਿ ਚੌਥਾ ਅਫਸਰ ਇੱਕ ਸਿੱਖ ਸੀ। ਫਿਰ ਵੀ, ਜਿਨ੍ਹਾਂ ਨੇ ਅਸਲ ਵਿੱਚ ਕੁੱਟਮਾਰ ਕੀਤੀ ਸੀ ਉਹ ਵੀ ਸਾਰੇ ਸਿੱਖ ਜਵਾਨ ਸਨ। ਕਰਨਲ ਵਜੋਂ ਡਿਵੀਜ਼ਨਲ ਹੈੱਡਕੁਆਰਟਰ ਤੇ ਪ੍ਰਬੰਧਨ, ਐਡਮਿਨਿਸਟ੍ਰੇਸ਼ਨ ਦਾ ਇਨਚਾਰਜ ਹੋਣ ਕਰਕੇ ਪੁੱਛ-ਪੜਤਾਲ ਅਤੇ ਨਾਲ ਜੁੜਵੀਆਂ ਹੋਰ ਕਾਰਵਾਈਆਂ ਮੇਰੇ ਵੱਲੋਂ ਚਲਾਈਆਂ ਗਈਆਂ, ਜਿਸ ਕਰਕੇ ਮੈਂ ਪੂਰਨ ਰੂਪ 'ਚ ਵਿਸਤ੍ਰਿਤ ਜਾਣਕਾਰੀ ਤੋਂ ਜਾਣੂ ਸਾਂ। ਘਟਨਾ ਚਾਹੇ ਮਾੜੀ ਸੀ ਅਤੇ ਇਸ ਵਿੱਚ ਧਾਰਮਿਕ ਨਜ਼ਰੀਏ ਦੀ ਕੋਈ ਗੱਲ ਨਹੀਂ ਸੀ, ਪਰ ਭਿੰਡਰਾਂਵਾਲੇ ਨੇ ਮਸਲੇ ਨੂੰ ਹੱਥਿਆ ਲਿਆ ਅਤੇ ਇਸ ਨੂੰ ਫਿਰਕੂ ਰੰਗਤ ਦੇ ਦਿੱਤੀ। ਸੁਨੇਰੀ ਮੰਦਰ ਤੋਂ ਆਪਣੇ ਭਾਸ਼ਣਾਂ ਵਿੱਚ ਉਹ ਇਸ ਨੂੰ ਹਿੰਦੂ ਅਫਸਰਾਂ ਦੀ ਕਮਾਂਡ ਹੇਠ ਇੱਕ ਸਿੱਖ ਜਵਾਨ ਦਾ ਬੇਰਹਿਮੀ ਨਾਲ ਕੀਤਾ ਗਿਆ ਕਤਲ ਦੱਸਦਾ ਸੀ। ਜਿਵੇਂ ਕਿ ਆਸ ਕੀਤੀ ਜਾਂਦੀ ਸੀ ਉਸ ਦੀ ਅਗਲੀ ਆਡੀਓ ਟੇਪ ਜਿਹੜੀ ਉਸ ਵੱਲੋਂ ਜਾਰੀ ਕੀਤੀ ਗਈ ਸੀ, ਵਿੱਚ ਇਸ ਕਾਂਡ ਦਾ ਇੱਕ ਬਹੁਤ ਹੀ ਵਧਵਾਂ ਤੇ ਧਾਰਮਿਕ ਪੁੱਟ ਚੜ੍ਹਿਆ ਰੂਪ ਸ਼ਾਮਿਲ ਸੀ। ਸਪਸ਼ਟ ਤੌਰ ਤੇ ਇਸ ਦਾ ਉਦੇਸ਼ ਸ਼ੱਕ ਦੇ ਬੀਜ ਬੀਜਣਾ ਸੀ ਤਾਂ ਜੋ ਫੌਜ ਦੀ ਧਰਮ ਨਿਰਪੱਖਤਾ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ। ਬਿੰਦੀ 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 ਭਿੰਡਰਾਂਵਾਲੇ ਦੇ ਵਿਅਕਤੀਤਵ ਦਾ ਇੱਕ ਮੁਲਾਂਕਣ। ਜਨ ਸਮੂਹਾਂ ਵਿਚਕਾਰ ਭਿੰਡਰਾਂਵਾਲੇ ਦੀ ਹਰਮਨ-ਪਿਆਰਤਾ ਦਾ ਭੇਦ ਉਸ ਦਾ ਦਾਗ ਰਹਿਤ ਬਿੰਬ ਸੀ। ਭ੍ਰਿਸ਼ਟਾਚਾਰ ਜੋ ਰਾਜਨੀਤੀਵਾਨਾਂ ਵਿੱਚ ਆਮ ਵਰਤਾਰਾ ਹੈ, ਤੋਂ ਵੰਚਿਤ ਇੱਕ ਵਿਅਕਤੀ ਦਾ ਬਿੰਬ ਸੀ। ਦੂਸਰੇ ਦੂਰੇ ਚਿਹਰਿਆਂ ਵਾਲੇ ਅਤੇ ਦੂਹਰੀ ਜ਼ਿੰਦਗੀ ਵਾਲੇ ਧਾਰਮਿਕ ਆਗੂਆਂ ਦੇ ਉਲਟ ਸੰਸਾਰਿਕ ਮਲਕੀਅਤਾਂ ਦੀ ਭੁੱਖ ਤੋਂ ਮੁਕਤ ਅਤੇ ਨਿਰਛਲੀ, ਨਿਸ਼ਕਪਟ ਬਿੰਬ ਸੀ।
ਵਿਅਕਤੀ ਦੇ ਰੂਪ ਵਿੱਚ ਉਹ ਪ੍ਰਾਚੀਨ ਨੈਤਿਕਤਾ ਵਾਲੇ ਚਰਿੱਤਰ ਦਾ ਇੱਕ ਸਧਾਰਨ ਅਤੇ ਸਿੱਧਾ ਸਾਦਾ ਵਿਅਕਤੀ ਸੀ। ਵਾਅਦੇ ਵਾਲੀ ਗੱਲ ਇਹ ਸੀ ਕਿ ਉਸ ਕੋਲ ਚੰਗਾ ਬੁਲਾਰਾ ਹੋਣ ਦੀ ਬਖਸ਼ਿਸ਼ ਸੀ ਜਿਸ ਨਾਲ ਉਹ ਆਪਣੇ ਸਰੋਤਿਆਂ ਦੇ ਜਜ਼ਬਾਤਾਂ ਨੂੰ ਹਲੂਣ ਕੇ ਕੀਲ ਸਕਦਾ ਸੀ। ਭਾਵੇਂ ਕਿ ਉਸ ਦੀ ਰਸਮੀ ਸਿੱਖਿਆ ਸੀਮਤ ਸੀ, ਫਿਰ ਵੀ ਉਸ ਕੋਲ ਧਾਰਮਿਕ ਗ੍ਰੰਥਾਂ ਅਤੇ ਸਿੱਖ ਸਿਧਾਂਤਾਂ ਦਾ ਡੂੰਘਾ ਗਿਆਨ ਅਤੇ ਉਹਨਾਂ ਵਿੱਚ ਅਟੁੱਟ ਵਿਸ਼ਵਾਸ ਸੀ। ਲਗਭਗ ਸਾਰੇ ਦਾ ਸਾਰਾ ਗਿਆਨ ਅਤੇ ਆਮ ਸੋਝੀ ਜਿਸ ਦਾ ਉਹ ਮਾਲਕ ਸੀ, ਨੂੰ ਉਸਨੇ ਧਾਰਮਿਕ ਸਕੂਲ ਭਾਵ ਟਕਸਾਲ ਜਾਂ ਧਾਰਮਿਕ ਗ੍ਰੰਥਾਂ ਵਿੱਚੋਂ ਸਿਖਲਾਈ ਦੌਰਾਨ ਹੀ ਗ੍ਰਹਿਣ ਕੀਤਾ। ਆਪਣੀ ਸੋਚ ਅਤੇ ਆਸਥਾ ਦੇ ਪੱਖ ਤੋਂ ਉਹ ਆਪਣੇ ਫਿਰਕੇ ਦੇ ਦਾਇਰੇ ਤੋਂ ਪਾਰ ਕਦੀ-ਕਦਾਈਂ ਹੀ ਜਾਂਦਾ ਸੀ ਜੋ ਉਸਦੀ ਵਿਦਿਆ ਵਾਲੀ ਘਾਟ ਸੀ। ਉਸਨੂੰ ਆਸਥਾ ਅਤੇ ਅੱਖਰ ਸੂਝ ਸਿਆਣਪ ਦੀ ਤਕੜਾਈ ਨੇ ਹੋਰ ਵਧੇਰੇ ਰੂਪ 'ਚ ਪੂਰਾ ਕਰ ਦਿੱਤਾ। ਉਹ ਨਿਰਸੁਆਰਥੀ ਸੀ ਅਤੇ ਬਿਨਾਂ ਕਿਸੇ ਡਰ ਤੋਂ ਆਪਣੇ ਮਨ ਦੀ ਗੱਲ ਬੋਲ ਦਿੰਦਾ ਸੀ। ਅਜਿਹੇ ਲੱਛਣ ਉਸ ਵੇਲੇ ਦੇ ਧਾਰਮਿਕ ਆਗੂਆਂ ਵਿੱਚ ਘੱਟ ਹੀ ਮਿਲਦੇ ਸਨ। ਉਸ ਦਾ ਪ੍ਰਚਾਰ ਪ੍ਰਸਾਰ ਇੱਛਤ ਪ੍ਰਭਾਵ ਪਾਉਂਦਾ ਸੀ। ਨਾ ਕੇਵਲ ਪੇਂਡੂ ਸਿੱਖ ਜਨ ਸਮੂਹ ਉਸ ਦੇ ਖੇਮੇ ਵਿੱਚ ਜੁੜਦੇ ਸਨ, ਸਗੋਂ ਬਹੁਤ ਸਾਰੇ ਪੜ੍ਹੇ ਲਿਖੇ ਨੌਜਵਾਨ ਅਤੇ ਮੁੱਠੀ ਭਰ ਸਿੱਖ ਬੁੱਧੀਜੀਵੀ ਜੋ ਉੱਚੇ ਅਹੁਦਿਆਂ ਤੇ ਬਿਰਜਾਮਾਨ ਰਹੇ ਸਨ, ਜਿਵੇਂ ਫੌਜ, ਪੁਲਿਸ ਅਤੇ ਸਿਵਲ ਸੇਵਾਵਾਂ ਦੇ ਰਿਟਾਇਰਡ ਅਫਸਰ ਵੀ ਉਸ ਦੇ ਸ਼ਬਦਾਂ ਦੇ ਜਾਦੂ ਅਧੀਨ ਆਏ ਸਨ। ਉਸ ਦੇ ਭਾਸ਼ਣ ਦੀ ਤਿੱਖੀ ਚੋਪ ਦੁਸ਼ਮਣਾਨਾ ਸੀ। ਭਾਸ਼ਾ ਅੱਖਰ ਪੇਂਡੂ ਅਸਾਹਿਤਕ, ਚੀਰ ਦੇਣ ਵਾਲੀ ਅਤੇ ਗੁੱਸੇਖੋਰ ਸੀ। ਆਮ ਲੋਕ ਆਪਣੇ ਵਿਰੋਧੀਆਂ, ਵਧੇਰੇ ਕਰਕੇ ਦੂਸਰੇ ਫਿਰਕਿਆਂ ਦੇ ਰਾਜਨੀਤੀਵਾਨਾਂ ਅਤੇ ਆਗੂਆਂ ਵੱਲ ਸੇਧਤ ਸਾਫ਼, ਤਿੱਖੀ ਅਤੇ ਮਸਾਲੇਦਾਰ ਨਿਸ਼ਾਨੇਬਾਜ਼ੀ ਵਾਲੀ ਭਾਸ਼ਾ ਨੂੰ ਪਸੰਦ ਕਰਦੇ ਹਨ। ਉਹ ਪ੍ਰਧਾਨ ਮੰਤਰੀ ਲਈ ਚੁਭਵੇਂ ਨਾਵਾਂ ਜਿਵੇਂ ਬਾਹਮਣੀ, ਬ੍ਰਾਹਮਣ ਦੀ ਧੀ ਵਰਗੇ ਨਾਵਾਂ ਦੀ ਵਰਤੋਂ ਕਰਦਾ ਸੀ। ਲੋਕ ਉਸ ਦੇ ਰੋਜ਼ਾਨਾ ਦੇ ਪ੍ਰਚਾਰ ਪ੍ਰਸਾਰ ਨੂੰ ਸੁਣਨ ਲਈ ਦੂਰੋਂ ਨੇੜਿਓਂ ਚੱਲ ਕੇ ਸੁਨੇਰੀ ਮੰਦਰ ਵਿੱਚ ਆਉਂਦੇ ਸਨ। ਇਹਨਾਂ ਭਾਸ਼ਣਾਂ ਦੀ ਆਡੀਓ ਰਿਕਾਰਡਿੰਗ ਨੂੰ ਸਮੁੱਚੇ ਰਾਜ ਅੰਦਰ ਕਸਬਿਆਂ ਅਤੇ ਪਿੰਡਾਂ ਵਿੱਚ ਖੁੱਲ੍ਹੇਆਮ ਵੇਚਿਆ ਜਾਂਦਾ ਸੀ। ਸਿੱਧੇ ਸਾਦੇ ਆਮ ਲੋਕ ਅਤੇ ਇੱਕ ਹੱਦ ਤੱਕ ਕੁਝ ਉੱਚ ਵਿਦਿਆ ਪ੍ਰਾਪਤ ਵਿਅਕਤੀ ਵੀ ਉਸ ਨੂੰ ਇੱਕ ਅਵਤਾਰ ਮਸੀਹਾ ਵਜੋਂ ਸਤਿਕਾਰ ਦਿੰਦੇ ਸਨ। ਆਸ ਰੱਖਦੇ ਸਨ ਕਿ ਸ਼ਾਇਦ ਇਹ ਅਵਤਾਰ ਇਸ ਫਿਰਕੇ ਨੂੰ ਨਵੇਂ ਦਿਸਹੱਦਿਆਂ ਤੱਕ ਪਹੁੰਚਾ ਦੇਵੇ। ਲੋਕਾਂ ਦੇ ਜਜ਼ਬਿਆਂ ਦਾ ਸ਼ਾਇਦ ਹੇਠ ਲਿਖੀ ਜੁਗਲਬੰਦੀ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਜਿਸ ਨੂੰ ਉਸ ਦੀ ਪ੍ਰਸ਼ੰਸਾ ਵਿੱਚ ਗਾਇਆ ਗਿਆ ਸੀ, ਭਿੰਡਰਾਂਵਾਲਾ ਸੰਤ ਸਿਪਾਹੀ, ਜਿਸਨੇ ਸੁੱਤੀ ਕੌਮ ਜਗਾਈ। ਇਸੇ ਤਰ੍ਹਾਂ ਦੀ ਮਨੋਬ੍ਰਿਤੀ ਦੇ ਹੋਰ ਜਜ਼ਬਾਤੀ ਕਾਵਿ ਰਸ ਲਿਖੇ ਗਏ ਅਤੇ ਇਕੱਠਾਂ ਵਿੱਚ ਗਾਏ ਗਏ। ਉਹਨਾਂ ਦਿਨਾਂ ਵਿੱਚ ਭਿੰਡਰਾਂਵਾਲੇ ਦੇ ਰੱਬੀ ਨੂਰ ਅਤੇ ਰਹੱਸਮਈ ਸ਼ਕਤੀਆਂ ਨਾਲ ਜੁੜੀਆਂ ਬਹੁਤ ਸਾਰੀਆਂ ਮਿੱਥਾਂ, ਮਨਗੜਤ ਕਹਾਣੀਆਂ, ਲੋਕਾਂ 'ਚ ਘੁੰਮ ਰਹੀਆਂ ਸਨ। ਸੰਭਵ ਹੈ ਇਹ ਉਸ ਦੇ ਕਿਸੇ ਪ੍ਰਸ਼ੰਸਕ ਦੇ ਮਨ ਦੀ ਕਾਢ ਹੀ ਹੋਣਗੀਆਂ। ਕੁਝ ਲੋਕਾਂ ਦਾ ਕਹਿਣਾ ਸੀ ਕਿ ਉਸ ਦੀਆਂ ਬਾਹਾਂ ਇੱਕ ਆਮ ਵਿਅਕਤੀ ਦੀਆਂ ਬਾਹਾਂ ਨਾਲੋਂ ਲੰਮੀਆਂ ਸਨ ਤਾਂ ਦੂਸਰਾ ਬੋਲਦਾ ਕਿ ਉਸ ਦੇ ਚਿਹਰੇ ਦੁਆਲੇ ਰੱਬੀ ਨੂਰ ਦੀ ਝਲਕ ਸੀ। ਹਥਿਆਰਬੰਦ ਤਾਕਤਾਂ ਵਿਚਲੇ ਮੇਰੇ ਵਰਗੇ ਲੋਕਾਂ ਲਈ ਉਸ ਦੇ ਕਿਸੇ ਇਕੱਠ ਵਿੱਚ ਸ਼ਾਮਿਲ ਹੋਣਾ ਨਾ ਸੋਚੀ ਜਾਣ ਵਾਲੀ ਗੱਲ ਸੀ। ਫਿਰ ਵੀ ਮੇਰੀ ਪਤਨੀ ਦੀ ਇਹਨਾਂ ਇਕੱਠਾਂ 'ਚ ਸ਼ਾਮਿਲ ਹੋਣ ਦੀ ਤੀਬਰ ਇੱਛਾ ਇਹਨਾਂ ਬੰਧਨਾਂ ਵਿੱਚ ਬੱਝੀ ਹੋਈ ਨਹੀਂ ਸੀ। ਨੀਲਾ ਤਾਰਾ ਆਪਰੇਸ਼ਨ ਤੋਂ ਮਹਿਜ ਕੁਝ ਦਿਨ ਪਹਿਲਾਂ ਆਪਣੀ ਛੋਟੀ ਭੈਣ ਦੇ ਸੰਗ ਰਲ ਕੇ ਉਹ ਸੰਤਾਂ, ਜਿਨ੍ਹਾਂ ਦੀ ਚਰਚਾ ਘਰ ਨਹੀਂ ਸਮੁੱਚੇ ਸਮਾਜ ਵਿੱਚ ਸੀ, ਦੇ ਦਰਸ਼ਨਾਂ ਲਈ ਸੁਨੇਰੀ ਮੰਦਰ ਜਾ ਪਹੁੰਚੀ। ਉਹ ਮੇਰੀ ਇਜਾਜ਼ਤ ਲਏ ਬਿਨਾਂ ਜਾਂ ਮੈਨੂੰ ਦੱਸੇ ਬਿਨਾਂ ਹੀ ਉੱਥੇ ਗਈ ਸੀ। ਭਿੰਡਰਾਂਵਾਲਾ ਲੰਗਰ ਦੀ ਇਮਾਰਤ ਦੀ ਛੱਤ ਨੂੰ ਆਪਣਾ ਪ੍ਰਚਾਰ ਪ੍ਰਸਾਰ ਕਰਨ ਲਈ ਵਰਤਦਾ ਸੀ। ਮੇਰੀ ਪਤਨੀ ਨੇ 6 ਜੂਨ ਤੋਂ ਪਿੱਛੋਂ ਆਪਣਾ ਤਜਰਬਾ ਮੇਰੇ ਨਾਲ ਹੇਠ ਲਿਖੇ ਸ਼ਬਦਾਂ ਵਿੱਚ ਸਾਂਝਾ ਕੀਤਾ। ਸੰਤ ਭਿੰਡਰਾਂਵਾਲਾ ਇੱਕ ਪਤਲੀ, ਢੀਲ ਡੋਲ ਵਾਲਾ ਲੰਮਾ ਸਲੰਮਾ ਵਿਅਕਤੀ ਸੀ, ਪਰੰਤੂ ਮੈਨੂੰ ਉਸ ਦੇ ਚਿਹਰੇ ਉੱਤੇ ਕੋਈ ਰੱਬੀ ਨੂਰ ਜਾਂ ਕਿਸੇ ਹੋਰ ਦੁਨੀਆ ਦੀ ਲੌ ਦਾ ਕੋਈ ਚਿੰਨ੍ਹ ਨਹੀਂ ਦਿਖਾਈ ਦਿੱਤਾ। ਨਾ ਹੀ ਉਸ ਦੇ ਵਿਅਕਤੀਤਵ 'ਚੋਂ ਆਮ ਤੋਂ ਬਾਹਰੀ ਕੋਈ ਹੋਰ ਚੀਜ਼ ਹੀ ਦਿਖਾਈ ਦਿੱਤੀ ਜਿਸ ਬਾਰੇ ਮੈਂ ਪਹਿਲਾਂ ਸੁਣਿਆ ਹੋਇਆ ਸੀ। ਹਾਂ, ਉਹ ਦਲੇਰ ਅਤੇ ਨਿਡਰ ਜ਼ਰੂਰ ਜਾਪਦਾ ਸੀ। ਉਹ 2 ਜਾਂ 3 ਅੰਗ ਰੱਖਿਅਕਾਂ ਨੂੰ ਆਪਣੇ ਨਾਲ ਰੱਖਦਾ ਸੀ। ਉਸ ਦੇ ਭਗਤ ਉਸ ਅੱਗੇ ਮੱਥਾ ਟੇਕਦੇ ਅਤੇ ਪੈਸਿਆਂ ਦੀਆਂ ਥੈਲੀਆਂ ਭੇਂਟ ਕਰਦੇ ਸਨ। ਮੈਂ ਖੁਦ ਆਪ ਕਦੀ ਭਿੰਡਰਾਂਵਾਲੇ ਨੂੰ ਜਿਉਂਦੇ ਨੂੰ ਨਹੀਂ ਮਿਲਿਆ ਸੀ ਤੇ ਨਾ ਹੀ ਦੇਖਿਆ ਸੀ। ਫਿਰ ਵੀ ਮੈਂ 7 ਜੂਨ 1984 ਨੂੰ ਉਸ ਦਾ ਮ੍ਰਿਤਕ ਸਰੀਰ,
ਘੰਟਾ ਘਰ ਦੇ ਪ੍ਰਵੇਸ਼ ਦੁਆਰ ਵਿੱਚ ਬਰਫ਼ 'ਚ ਲੱਗਾ ਹੋਇਆ ਜ਼ਰੂਰ ਦੇਖਿਆ ਸੀ। ਮੈਂ ਉਸ ਦੀਆਂ ਬਾਹਾਂ ਨੂੰ ਨੇੜਿਓਂ ਹੋ ਕੇ ਦੇਖਿਆ। ਉਹਨਾਂ ਵਿੱਚੋਂ ਇੱਕ ਟੁੱਟੀ ਹੋਈ ਸੀ ਪਰ ਦੂਜੀ ਆਮ ਬਾਹਾਂ ਵਰਗੀ ਹੀ ਦਿਖਾਈ ਦਿੱਤੀ। ਉਹਦੇ ਸਰੀਰ ਤੇ ਕੁਝ ਗੋਲੀਆਂ ਦੇ ਨਿਸ਼ਾਨ ਸਨ। ਇਸ ਤੋਂ ਬਿਨਾਂ ਉਸ ਦੇ ਸਰੀਰ ਬਾਰੇ ਕੁਝ ਵੀ ਅਸਧਾਰਨ ਨਹੀਂ ਸੀ। ਬਿੰਦੀ 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 ਬਿੰਦੀ। ਦਹਿਸ਼ਤ ਦਾ ਰਾਜ। ਇਸ ਸਮੇਂ ਇੱਕ ਪਾਸੇ ਜਿੱਥੇ ਭਿੰਡਰਾਂਵਾਲਾ ਸਿਆਸੀ ਤੇ ਧਾਰਮਿਕ ਮੁੱਦਿਆਂ ਤੇ ਖਿਚੜੀ ਪਕਾ ਕੇ ਲੋਕਾਂ ਨੂੰ ਵਰਤਾ ਰਿਹਾ ਸੀ, ਉੱਥੇ ਅਕਾਲੀ ਆਗੂਆਂ ਵੱਲੋਂ ਆਨੰਦਪੁਰ ਸਾਹਿਬ ਦੇ ਮਤੇ ਦੀਆਂ ਧਾਰਮਿਕ ਮੰਗਾਂ ਤੇ ਆਧਾਰਿਤ 1982 ਵਿੱਚ ਛੇੜਿਆ ਜਹਾਦ ਜਾਂ ਧਰਮਯੁੱਧ ਪੂਰੇ ਜੋਬਨ ਤੇ ਸੀ। ਸੰਤ ਹਰਚੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੇ ਪ੍ਰਧਾਨ ਗੁਰਬਚਨ ਸਿੰਘ ਟੋਹੜਾ ਦੀ ਸਹਾਇਤਾ ਨਾਲ ਧਰਮਯੁੱਧ ਦਾ ਕਰਤਾ ਧਰਤਾ ਸੀ। ਹਰ ਰੋਜ਼ ਸੈਂਕੜਿਆਂ ਦੀ ਗਿਣਤੀ ਵਿੱਚ ਆਮ ਲੋਕ ਜਥਿਆਂ ਦੇ ਰੂਪ 'ਚ ਆਉਂਦੇ ਸਨ ਅਤੇ ਆਪਣੇ ਆਪ ਨੂੰ ਗ੍ਰਿਫਤਾਰ ਹੋਣ ਲਈ ਪੇਸ਼ ਕਰਦੇ ਸਨ। ਇਸ ਦੇ ਨਾਲ-ਨਾਲ ਭਿੰਡਰਾਂਵਾਲਾ ਹਿੰਸਾ ਨੂੰ ਭੜਕਾਉਂਦਿਆਂ ਅਤੇ ਚੁਣ ਕੇ ਮਾਰਨ ਦੀਆਂ ਕਾਰਵਾਈਆਂ ਕਰਕੇ ਰਾਜਨੀਤਕ ਅਤੇ ਧਾਰਮਿਕ ਖਿਚੜੀ ਨੂੰ ਪਕਾ ਨਫ਼ਰਤ ਭਰੇ ਭਾਸ਼ਣਾਂ ਦੀ ਉਬਲਦੀ ਖਿਚੜੀ ਦੇ ਗੱਫਿਆਂ ਦੇ ਗੱਫੇ ਭਰ ਜਨਤਾ ਨੂੰ ਵੰਡ ਰਿਹਾ ਸੀ। ਇਸ ਤੱਥ ਦੇ ਬਾਵਜੂਦ ਕਿ ਲੌਂਗੋਵਾਲ ਅਤੇ ਟੋਹੜਾ ਉਸ ਤੋਂ ਕਿਤੇ ਵਡੇਰੀ ਉਮਰ ਦੇ ਅਤੇ ਵਧੇਰੇ ਤਜਰਬੇਕਾਰ ਸਨ, ਉਨ੍ਹਾਂ ਨੂੰ ਸੰਭਵ ਰੂਪ 'ਚ ਸੋਚ ਸਮਝ ਕੇ ਭਿੰਡਰਾਂਵਾਲੇ ਵੱਲੋਂ ਪਿੱਛੇ ਸੁੱਟਿਆ ਗਿਆ। ਭਿੰਡਰਾਂਵਾਲੇ ਦੀ ਤਰਜ਼ ਤੇ ਕਿਤੇ ਵਧਦੀਆਂ ਹਮਲਾਵਰ ਕਾਰਵਾਈਆਂ ਦੇ ਕਾਰਨ ਹੁਕਮ ਅਤੇ ਕਾਨੂੰਨ ਦੀ ਵਿਗੜਦੀ ਹੋਈ ਹਾਲਾਤ ਨੇ, ਉਨ੍ਹਾਂ ਦੇ ਮੋਰਚੇ ਭਾਵ ਧਰਮਯੁੱਧ ਮੋਰਚੇ ਦੇ ਉਦੇਸ਼ ਨੂੰ ਮਦਦ ਦਿੱਤੀ। ਇਸ ਗੱਲ ਨੇ ਜਿੱਥੇ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਣ ਲਈ ਸਰਕਾਰ ਤੇ ਹੋਰ ਦਬਾਅ ਵਧਾ ਦਿੱਤਾ ਉੱਥੇ ਹੀ ਉਨ੍ਹਾਂ ਨੂੰ ਉਸ ਦੀਆਂ ਕਾਰਵਾਈਆਂ ਨਾਲ ਸਹਿਮਤੀ ਜਤਾਉਣ ਦੇ ਯੋਗ ਬਣਾ ਦਿੱਤਾ। ਇਸ ਦੇ ਨਾਲ ਹੀ ਰਾਜਨੀਤਿਕ ਅਖਾੜੇ ਵਿੱਚ ਦਿੱਲੀ ਅੰਦਰ ਬਿਨਾਂ ਕਿਸੇ ਹਾਂ ਪੱਖੀ ਸਿੱਟੇ ਦੇ ਸਰਕਾਰ ਅਤੇ ਸਿੱਖ ਆਗੂਆਂ ਵਿਚਕਾਰ ਗੱਲਬਾਤ ਦੇ ਕਈ ਗੇੜ ਚੱਲ ਚੁੱਕੇ ਸਨ। 1983 ਤੱਕ ਭਿੰਡਰਾਂਵਾਲੇ ਦੀ ਚਰਚਾ ਸਾਰੇ ਪੰਜਾਬ ਤੇ ਅਤੇ ਇਸ ਤੋਂ ਪਾਰ ਵੀ ਚਲੀ ਗਈ ਸੀ। 19 ਜੁਲਾਈ 1982 ਨੂੰ ਉਸਨੇ ਆਪਣੇ ਆਪ ਨੂੰ ਸੁਨਹਿਰੀ ਮੰਦਰ ਪਰਿਸਰ ਅੰਦਰ ਗੁਰੂ ਨਾਨਕ ਨਿਵਾਸ ਦੇ ਕਮਰਾ ਨੰਬਰ 37, ਕੁਝ ਸਮੇਂ ਲਈ ਕਮਰਾ ਨੰਬਰ 49 ਵਿੱਚ ਸਥਾਪਿਤ ਕਰ ਲਿਆ। ਉਸ ਦੇ ਵਿਸ਼ਵਾਸਪਾਤਰ ਸਲਾਹਕਾਰ ਅਤੇ ਹਮਾਇਤੀ ਨੇ ਵੀ ਉਸੇ ਇਮਾਰਤ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਵਿੱਚੋਂ ਮਸ਼ਹੂਰ ਨਾਂ ਇਹ ਸਨ: ਭਾਈ ਅਮਰੀਕ ਸਿੰਘ, ਬਲਬੀਰ ਸਿੰਘ ਸੰਧੂ, ਹਰਮੰਦਰ ਸਿੰਘ ਸੰਧੂ, ਰਛਪਾਲ ਸਿੰਘ, ਰਜਿੰਦਰ ਸਿੰਘ ਮਹਿਤਾ ਅਤੇ ਅਮਰਜੀਤ ਸਿੰਘ ਚਾਵਲਾ। ਇਸ ਦੇ ਨਾਲ ਹੋਰ ਮਾਰ-ਮਰਾਈ ਕਰਨ ਵਾਲੇ ਅਤੇ ਅਤਿਵਾਦੀ ਵੀ ਪਰਿਸਰ ਅੰਦਰ, ਖਾਸ ਕਰਕੇ ਗੁਰੂ ਨਾਨਕ ਨਿਵਾਸ ਅਤੇ ਗੁਰੂ ਰਾਮਦਾਸ ਸਰਾਂ ਵਿੱਚ ਠਹਿਰ ਰਹੇ ਸਨ। ਸਾਰੇ ਤਾਂ ਨਹੀਂ ਪਰੰਤੂ ਇਹਨਾਂ ਵਿੱਚੋਂ ਕੁਝ ਬਾਰੇ ਆਮ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਇਹ ਅਪਰਾਧੀ ਅਤੇ ਗਦਾਰ ਸਨ, ਜਿਵੇਂ ਸਮਗਲਰ, ਫੌਜ ਦੇ ਭਗੌੜੇ, ਜਾਂ ਉਹ ਜੋ ਕਤਲ ਕਿਸਾਨ ਡਾਕੇ ਅਤੇ ਚੋਰੀਆਂ ਵਿੱਚ ਦੋਸ਼ੀ ਕਰਾਰ ਦਿੱਤੇ ਹੋਏ ਸਨ। ਇੱਥੇ ਭਿੰਡਰਾਂਵਾਲੇ ਦੀ ਛਤਰ ਛਾਇਆ, ਸੁਰੱਖਿਆ ਹੇਠ, ਕਾਨੂੰਨ ਦੀ ਲੰਬੀ ਬਾਂਹ ਇਹਨਾਂ ਨੂੰ ਛੂ ਨਹੀਂ ਸਕਦੀ ਸੀ। ਮੂੜਵੇਂ ਰੂਪ 'ਚ ਜੋ ਵੀ ਕਾਰਜ ਉਹਨਾਂ ਨੂੰ ਭਿੰਡਰਾਂਵਾਲੇ ਵੱਲੋਂ ਸੌਂਪੇ ਜਾਂਦੇ ਸਨ, ਉਨ੍ਹਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਆਪਣੀਆਂ ਸੇਵਾਵਾਂ ਦੇਣ ਦੀਆਂ ਸਹੁੰ ਖਾਧੀਆਂ। ਇੱਕ ਵਾਰ ਭਿੰਡਰਾਂਵਾਲਾ ਦੇ ਸਕੁਐਡ ਵਿੱਚ ਸ਼ਾਮਲ ਹੋਣ ਪਿੱਛੋਂ ਇਹ ਗੱਲ ਅਸੰਭਵ ਸੀ ਕਿ ਕੋਈ ਛੱਡ ਕੇ ਭੱਜ ਜਾਵੇ ਜਾਂ ਪੁਲਿਸ ਦਾ ਸੂਹੀਆ ਬਣ ਜਾਵੇ। ਇੱਥੋਂ ਤੱਕ ਅਜਿਹੀ ਕਾਰਵਾਈ ਦਾ ਇਸ਼ਾਰਾ ਜਾਂ ਸੋਚ ਵੀ ਘਾਤਕ ਸਿੱਧ ਹੋ ਸਕਦੀ ਸੀ। ਆਏ ਦਿਨ, ਰੋਜ਼ਾਨਾ ਵਾਂਗ ਹੀ ਮੀਡੀਆ ਵਿੱਚ ਛੱਡ ਕੇ ਭੱਜਣ ਦੇ ਸ਼ੱਕੀ ਸ਼ਿਕਾਰਾਂ ਨੂੰ ਦੰਡ ਦੇਣ ਪਿੱਛੋਂ ਉਨ੍ਹਾਂ ਦੀਆਂ ਗਲੀਆਂ ਸੜੀਆਂ ਲਾਸ਼ਾਂ, ਗੁਰੂ ਨਾਨਕ ਨਿਵਾਸ ਪਿੱਛੇ ਸੀਵਰਾਂ 'ਚੋਂ ਪ੍ਰਾਪਤ ਹੋਣ ਦੀਆਂ ਖਬਰਾਂ ਆਉਂਦੀਆਂ ਰਹੀਆਂ ਸਨ। ਬਹੁਤ ਸਾਰੀਆਂ ਜ਼ਿੰਦਗੀਆਂ ਮਾਰ-ਤਾੜ ਦੇ ਇਸ ਦੌਰ ਦੌਰਾਨ ਭੰਗ ਦੇ ਭਾਣੇ ਚਲੀਆਂ ਗਈਆਂ। ਨਿਤ ਦਿਨ ਬੈਕਾਂ ਲੁੱਟੀਆਂ ਜਾਂਦੀਆਂ, ਬੱਸਾਂ ਵਿੱਚੋਂ ਨਿਰਦੋਸ਼ ਲੋਕਾਂ ਨੂੰ ਤੂਹ ਲਿਆ ਜਾਂਦਾ ਅਤੇ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ, ਮਹਿਜ ਇਸ ਕਰਕੇ ਕਿ ਉਹ ਹਿੰਦੂ ਸਨ। ਰੇਲਵੇ ਸਟੇਸ਼ਨਾਂ ਨੂੰ ਅੱਗ ਲਗਾ ਦਿੱਤੀ ਜਾਂਦੀ, ਪੁਲਿਸ ਥਾਣਿਆਂ ਤੇ ਚੌਂਕੀਆਂ ਵਿੱਚੋਂ ਹਥਿਆਰ ਲੁੱਟ ਲਏ ਜਾਂਦੇ, ਪੂਜਨੀਕ ਸਥਾਨਾਂ ਨੂੰ ਗੰਦਾ ਕੀਤਾ ਜਾਂਦਾ ਅਤੇ ਬਹੁਤ ਸਾਰੇ ਹੋਰ ਅਪਰਾਧ ਕੀਤੇ ਗਏ।
ਇੱਕ ਅਫਵਾਹ ਅਨੁਸਾਰ ਹਿੱਟ ਲਿਸਟ ਵਿਚਲੇ ਨਿਸ਼ਾਨੇ ਮਿਥਣ ਅਤੇ ਲਾਗੂ ਕਰਨ ਦੀਆਂ ਯੋਜਨਾਵਾਂ ਬਣਾਉਣ ਵਰਗੇ ਕੰਮ ਗੁਰੂ ਨਾਨਕ ਨਿਵਾਸ ਅਤੇ ਗੁਰੂ ਰਾਮਦਾਸ ਸਰਾਂ ਦੇ ਕਮਰਿਆਂ ਵਿੱਚ ਕੀਤੇ ਜਾਂਦੇ ਸਨ। ਭਰੋਸੇਯੋਗ ਸੂਤਰ ਦੇ ਦੱਸਣ ਅਨੁਸਾਰ ਕਾਰਜ ਸੌਂਪਣ ਲਈ ਇੱਕ ਬੜਾ ਹੀ ਸਧਾਰਨ ਤਰੀਕਾ ਅਪਣਾਇਆ ਜਾਂਦਾ ਸੀ। ਦੋ ਤਰ੍ਹਾਂ ਦੀਆਂ ਪਰਚੀਆਂ ਤਿਆਰ ਕੀਤੀਆਂ ਜਾਂਦੀਆਂ ਸਨ, ਇੱਕ ਕਾਰਜਾਂ ਵਾਲੀ ਅਤੇ ਦੂਜੀ ਗੱਡੀ ਚੜਾਉਣ ਵਾਲਿਆਂ ਦੇ ਨਾਮਾਂ ਦੀ। ਇਹਨਾਂ ਪਰਚੀਆਂ ਨੂੰ ਤਹਿਆਂ ਕਰਕੇ ਬੰਦ ਕਰ ਦਿੱਤਾ ਜਾਂਦਾ ਅਤੇ ਫਿਰ ਦੋ ਮਿੱਟੀ ਦੇ ਘੜਿਆਂ 'ਚ ਪਾ ਦਿੱਤੀਆਂ ਜਾਂਦੀਆਂ। ਫਿਰ ਕੋਈ ਹੋਰ ਆਦਮੀ ਜੋ ਪਰਚੀਆਂ ਬਣਾਉਣ ਵਿੱਚ ਸ਼ਾਮਲ ਨਹੀਂ ਹੁੰਦਾ ਸੀ ਉਸ ਨੂੰ ਹਰੇਕ ਘੜੇ ਵਿੱਚੋਂ ਇੱਕ ਪਰਚੀ ਕੱਢਣ ਲਈ ਕਿਹਾ ਜਾਂਦਾ ਸੀ। ਬਸ ਇਹੀ ਢੰਗ ਸੀ ਜਿਸ ਰਾਹੀਂ ਕਾਰਜ ਅਤੇ ਗੱਡੀ ਚੜਾਉਣ ਵਾਲਿਆਂ ਦਾ ਮੇਲ ਕੀਤਾ ਜਾਂਦਾ ਸੀ, ਭਾਵੇਂ ਇਹ ਗੱਲ ਕਿੰਨੀ ਵੀ ਹਾਸੋਹੀਣੀ ਜਾਪੇ। ਸਿਰਫ ਸਿੱਧਾ ਸਾਦਾ ਹੋਣਾ ਹੀ ਅਜਿਹੀਆਂ ਅਫਵਾਹਾਂ ਤੇ ਵਧੇਰੇ ਵਿਸ਼ਵਾਸਯੋਗਤਾ ਨੂੰ ਥਾਂ ਦਿੰਦਾ ਸੀ। ਇਹਨਾਂ ਧਾਰਮਿਕ ਜਨੂੰਨੀ ਕਤਲਾਂ ਦੇ ਸ਼ਿਕਾਰ ਸਿਰਫ ਹਿੰਦੂ ਹੀ ਨਹੀਂ ਸਨ। ਕੁਝ ਸਿੱਖਾਂ ਦੀਆਂ ਉੱਘੀਆਂ ਹਸਤੀਆਂ ਜਿਨ੍ਹਾਂ ਨੇ ਭਿੰਡਰਾਂਵਾਲੇ ਵਿਰੁੱਧ ਆਪਣੀ ਆਵਾਜ਼ ਉਠਾਉਣ ਦਾ ਹੌਸਲਾ ਕੀਤਾ ਸੀ ਜਾਂ ਉਸ ਦੀਆਂ ਨੀਤੀਆਂ ਦਾ ਵਿਰੋਧ ਕਰਨ ਦਾ ਯਤਨ ਕੀਤਾ ਸੀ, ਨੂੰ ਵੀ ਉਹਨਾਂ ਦੀਆਂ ਗੋਲੀਆਂ ਨੇ ਭੁੰਨ ਸੁੱਟਿਆ ਸੀ। ਜਿਵੇਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ DSGC ਦਾ ਸਾਬਕਾ ਪ੍ਰਧਾਨ HS ਮਨਚੰਦਾ, ਅਕਾਲ ਤਖ਼ਤ ਦਾ ਸਾਬਕਾ ਜਥੇਦਾਰ ਗਿਆਨੀ ਪ੍ਰਤਾਪ ਸਿੰਘ ਅਤੇ DIG ਅਵਤਾਰ ਸਿੰਘ ਅਟਵਾਲ ਦਾ ਕਤਲ ਦਰਬਾਰ ਸਾਹਿਬ ਦੀ ਪਵਿੱਤਰ ਕਹੀ ਜਾਂਦੀ ਹੱਦ ਅੰਦਰ ਕੀਤਾ ਗਿਆ ਸੀ। ਖੁੱਲੇ ਮਨ ਵਾਲੇ ਅਤੇ ਸੰਤੁਲਿਤ ਸਮਝ ਵਾਲੇ ਸਿੱਖ ਜਾਣਦੇ ਹਨ ਕਿ ਭਿੰਡਰਾਂਵਾਲੇ ਦੇ ਦੇਸ਼ਧਰੋਹੀ ਭੜਕਾਊ ਭਾਸ਼ਣ ਅਤੇ ਸਰਗਰਮੀਆਂ ਲੰਮੇ ਦਾਅ ਤੋਂ ਸਿੱਖ ਫਿਰਕੇ ਦੀ ਛਵੀ ਨੂੰ ਵਧਾਉਣ ਤੇ ਚਾਰ ਚੰਨ ਲਾਉਣ ਵਾਲੀਆਂ ਨਹੀਂ ਸਨ, ਸਗੋਂ ਖੋਰਾ ਲਾਉਣ ਵਾਲੀਆਂ ਅਤੇ ਪਰੇਸ਼ਾਨੀ ਦਾ ਕਾਰਨ ਬਣਨ ਵਾਲੀਆਂ ਸਿੱਧ ਹੋਈਆਂ ਸਨ। ਪਰ ਭਿੰਡਰਾਂਵਾਲੇ ਦੇ ਬਹੁਤੇ ਪੈਰੋਕਾਰਾਂ ਦਾ ਵਿਸ਼ਵਾਸ ਸੀ ਕਿ ਉਹਨਾਂ ਦੀਆਂ ਕਾਰਵਾਈਆਂ ਸਿੱਖਾਂ ਦੀ ਸ਼ਾਨ ਨੂੰ ਚਾਰ ਚੰਨ ਲਾਉਂਦੀਆਂ ਸਨ। ਬਦਕਿਸਮਤੀ ਨਾਲ ਬਹੁਤ ਥੋੜੇ ਲੋਕ ਸਨ ਜਿਨ੍ਹਾਂ ਕੋਲ ਆਪਣੀਆਂ ਆਵਾਜ਼ਾਂ ਉਠਾਉਣ ਦੀ ਸੂਝ-ਬੂਝ ਵਾਲੀ ਸ਼ਕਤੀ ਸੀ। ਉਸ ਦੇ ਨਫ਼ਰਤ ਭਰੇ ਭੜਕਾਊ ਅਤੇ ਵੰਡੀਆਂ ਪਾਉਣ ਵਾਲੇ ਭਾਸ਼ਣਾਂ ਦੀ ਨਿੰਦਾ ਕਰਨ ਦਾ ਯਤਨ ਕਰਨ ਵਾਲੀ ਕੋਈ ਵੀ ਆਵਾਜ਼ ਦਾ, ਉਸੇ ਤਰ੍ਹਾਂ ਬਿਨਾਂ ਕਿਸੇ ਦੇਰੀ ਦੇ ਗਲਾ ਘੁੱਟ ਦਿੱਤਾ ਜਾਂਦਾ ਸੀ। ਲਾਲਾ ਜਗਤ ਨਾਰਾਇਣ ਉਹ ਪਹਿਲਾ ਵਿਅਕਤੀ ਸੀ ਜਿਸਨੇ ਇਹ ਗਲਤੀ ਕੀਤੀ ਸੀ। ਉਸਨੇ ਆਪਣੇ ਅਖਬਾਰ ਵਿੱਚ ਭਿੰਡਰਾਂਵਾਲੇ ਦੇ ਭਾਸ਼ਣਾਂ ਦੀ ਨਿਖੇਧੀ ਕੀਤੀ ਸੀ ਅਤੇ ਜਿਸ ਦੀ ਉਸਨੂੰ ਉੱਚੀ ਕੀਮਤ ਤਾਰਨੀ ਪਈ। ਉਸਨੂੰ ਸਤੰਬਰ 1981 ਵਿੱਚ ਮਾਰ ਦਿੱਤਾ ਗਿਆ। ਉਸਦੇ ਪੁੱਤਰ ਰਮੇਸ਼ ਚੰਦਰ ਨਾਲ ਵੀ ਅਗਲੇ ਸਾਲ ਉਹੀ ਬੀਤੀ ਜੋ ਉਸਦੇ ਬਾਪ ਨਾਲ ਬੀਤੀ ਸੀ। ਇਹਨਾਂ ਦੋਨਾਂ ਤੋਂ ਇਲਾਵਾ ਇੱਕ ਹੋਰ ਜਾਣੀ ਪਛਾਣੀ ਹਸਤੀ ਜਿਸਨੇ ਭਿੰਡਰਾਂਵਾਲੇ ਦੀਆਂ ਨੀਤੀਆਂ ਦੀ ਖੁੱਲ੍ਹੇਆਮ ਨਿਖੇਧੀ, ਪ੍ਰਿੰਟ ਮਾਧਿਅਮ ਅਤੇ ਨਾਲ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਕਰਨ ਦਾ ਹੌਸਲਾ ਕੀਤਾ ਸੀ, ਉਹ ਸੀ ਸਰਦਾਰ ਖੁਸ਼ਵੰਤ ਸਿੰਘ। ਉਹ ਬਚ ਗਿਆ। ਫਿਰ ਵੀ, ਹਿੰਸਾ ਦੇ ਸੂਕ ਦੇ ਵਹਿਣ ਵਿੱਚ ਇਸ ਕੱਲੀ ਕਹਿਰੀ ਆਵਾਜ਼ ਮੁਸ਼ਕਿਲ ਨਾਲ ਕਿਤੇ ਸੁਣਾਈ ਦਿੰਦੀ ਸੀ। ਬਿੰਦੀ 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 ਬਿੰਦੀ। ਸਮਾਨਾਂਤਰ ਸਰਕਾਰ 1984 ਦੇ ਮੁੱਢ ਵਿੱਚ, ਹਾਲਤਾਂ ਇਸ ਹੱਦ ਤੱਕ ਨਿੱਘਰ ਚੁੱਕੀਆਂ ਸਨ ਕਿ ਅੰਮ੍ਰਿਤਸਰ ਵਿੱਚ ਦੋ ਸਮਾਂਤਰ ਪ੍ਰਬੰਧ ਚੱਲ ਰਹੇ ਸਨ, ਇੱਕ ਜ਼ਿਲ੍ਹਾ ਅਧਿਕਾਰੀਆਂ ਦਾ ਪ੍ਰਬੰਧਨ, ਦੂਜਾ ਭਿੰਡਰਾਂਵਾਲੇ ਦਾ ਪ੍ਰਬੰਧਨ। ਬਹੁਤੇ ਲੋਕ ਆਪਣੀਆਂ ਦੁੱਖ ਤਕਲੀਫਾਂ ਤੇ ਸ਼ਿਕਾਇਤ ਨੂੰ ਭਿੰਡਰਾਂਵਾਲੇ ਕੋਲ ਲਿਜਾਣ ਨੂੰ ਪਹਿਲ ਦਿੰਦੇ ਸਨ। ਚਾਹੇ ਇਹ ਮਾਮਲਾ ਬਿਜਲੀ ਦੇ ਕੁਨੈਕਸ਼ਨ ਲੈਣ 'ਚ ਹੋ ਰਹੀ ਦੇਰੀ ਜਾਂ ਹਾਸਲ ਕਰਨ ਦੀ ਔਖਿਆਈ ਦਾ ਹੋਵੇ, ਚਾਹੇ ਉਹ ਪਾਣੀ ਦੀ ਸਪਲਾਈ ਚਲਾਉਣ ਦਾ ਹੋਵੇ, ਜਾਂ ਕਿਸੇ ਦਾ ਨੌਕਰੀ ਤੋਂ ਲਾਹੇ ਜਾਣ ਦਾ ਹੋਵੇ ਜਾਂ ਕਿਸੇ ਦੀ ਤਰੱਕੀ, ਜਦੋਂ ਉਹ ਇਸ ਨੂੰ ਹਾਸਲ ਕਰਨ ਦੀ ਆਸ ਲਾਈ ਬੈਠਾ ਸੀ, ਨਾ ਕਰਨ ਦਾ ਹੋਵੇ। ਅਜਿਹੀਆਂ ਸਾਰੀਆਂ ਅਪੀਲਾਂ ਭਿੰਡਰਾਂਵਾਲੇ ਦੀ ਅਦਾਲਤ ਵਿੱਚ ਪਹੁੰਚ ਜਾਂਦੀਆਂ ਸਨ। ਇੱਥੋਂ ਤੱਕ ਕਿ ਘਰੇਲੂ ਮਾਮਲੇ ਜਿਵੇਂ ਵਿਆਹਾਂ ਦੇ ਮਾਮਲੇ 'ਚ ਮੁੰਡੇ ਕੁੜੀ ਤਾਰਾ ਚਿੰਨ੍ਹ ਜ਼ਹਿਰ ਜੋ ਇਸ ਸਮੇਂ ਬੀਜੀ ਗਈ ਸੀ ਉਸਨੇ ਬੇਥਾਹ ਘ੍ਰਿਣਾ ਨੂੰ ਜਨਮ ਦਿੱਤਾ ਜੋ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਦਿੱਲੀ ਅਤੇ ਹੋਰਨਾਂ ਥਾਵਾਂ ਤੇ ਸਿੱਖਾਂ ਦੇ ਵਿਰੁੱਧ ਭੜਕ ਉੱਠੀ ਸੀ। ਦਾ ਰਿਸ਼ਤਾ, ਪਤੀ ਪਤਨੀ ਵਿਚਕਾਰ ਕਲੇਸ਼ ਜਾਂ ਨੂੰਹਾਂ ਦੇ ਸੱਸਾਂ ਨਾਲ ਝਗੜੇ ਨੂੰ ਭਿੰਡਰਾਂਵਾਲੇ ਜਾਂ ਉਸ ਦੇ ਪੱਕੇ ਪੈਰੋਕਾਰਾਂ ਕੋਲ ਭੇਜ ਦਿੱਤਾ ਜਾਂਦਾ। ਅਪੀਲ ਕਰਨ ਵਾਲਾ ਕਦੇ ਵੀ ਖਾਲੀ ਹੱਥੀਂ ਨਹੀਂ ਜਾਂਦਾ ਸੀ।
ਚੜਾਵਾ ਆਮ ਤੌਰ ਤੇ ਨਕਦੀ ਹੁੰਦਾ ਸੀ, ਪਰ ਕੋਈ ਵੀ ਨਹੀਂ ਜਾਣਦਾ ਸੀ ਕਿ ਉਹ ਕਿੰਨਾ ਚੜਾਵਾ ਲੈਣਗੇ। ਕਦੇ ਕਦੇ ਚੱਕ ਮੁਦਈ ਨੂੰ ਕਿਹਾ ਜਾਂਦਾ ਸੀ ਕਿ ਉਹ ਖੁਸ਼ੀ ਨਾਲ ਇੱਕ ਦਿੱਤੇ ਮਿਸ਼ਨ ਨੂੰ ਪੂਰਾ ਕਰਨ ਲਈ ਤਾਣ ਲਾਵੇ। ਛੋਟੇ-ਮੋਟੇ ਮਸਲੇ ਆਮ ਤੌਰ ਤੇ ਭਾਈ ਅਮਰੀਕ ਸਿੰਘ ਜਾਂ ਹੋਰ ਸਹਾਇਕਾਂ ਵੱਲੋਂ ਹੱਲ ਕੀਤੇ ਜਾਂਦੇ ਸਨ, ਜਦਕਿ ਗੰਭੀਰ ਮਸਲੇ ਖੁਦ ਸੰਤ ਵੱਲੋਂ ਵਿਅਕਤੀਗਤ ਤੌਰ ਤੇ ਸੁਣੇ ਜਾਂਦੇ ਸਨ। ਉਹ ਸ਼ਿਕਾਇਤ ਕਰਨ ਵਾਲੇ ਨੂੰ ਪੂਰੇ ਧਿਆਨ ਤੇ ਧੀਰਜ ਨਾਲ ਸੁਣਦਾ ਅਤੇ ਕਦੇ-ਕਦਾਈਂ ਵਿਰੋਧੀ ਪਾਰਟੀ ਨੂੰ ਵਿਅਕਤੀਗਤ ਤੌਰ ਤੇ ਹਾਜ਼ਰ ਹੋ ਕੇ ਸਪਸ਼ਟੀਕਰਨ ਦੇਣ ਲਈ ਵੀ ਸੱਦ ਲੈਂਦਾ ਸੀ। ਅਪੀਲਾਂ ਦਾ ਰੱਦ ਹੋਣਾ ਅਤੇ ਫੈਸਲੇ ਦੇਣਾ ਬੜਾ ਤੇਜ਼ੀ ਨਾਲ ਹੁੰਦਾ ਸੀ ਅਤੇ ਉਸੇ ਪਲ ਕਾਰਵਾਈ ਦੀ ਮੰਗ ਕੀਤੀ ਜਾਂਦੀ ਸੀ। ਜੇ ਸਰਕਾਰੀ ਵਿਭਾਗ ਦਾ ਮਾਮਲਾ ਹੁੰਦਾ ਤਾਂ ਸਬੰਧਤ ਅਫਸਰ ਨੂੰ ਇੱਕ ਵਿਸ਼ਵਾਸਪਾਤਰ ਸੰਦੇਸ਼ਵਾਹਕ ਰਾਹੀਂ ਜਾਂ ਚਿੱਠੀ ਰਾਹੀਂ ਹੁਕਮ ਭੇਜ ਦਿੱਤਾ ਜਾਂਦਾ ਸੀ ਕਿ ਲੋੜਵੰਦ ਦਾ ਕੰਮ ਇੱਕ ਨਿਸ਼ਚਿਤ ਤਰੀਕ ਤੇ ਸਮੇਂ ਨੂੰ ਕਰ ਦਿੱਤਾ ਜਾਵੇ। ਨਾ ਕਰਨ ਦੀ ਸੂਰਤ 'ਚ ਉਸ ਨੂੰ ਵਿਅਕਤੀਗਤ ਤੌਰ ਪੇਸ਼ ਹੋਣ ਦੀ ਲੋੜ ਪੈ ਜਾਂਦੀ ਸੀ ਅਤੇ ਸਿੱਟੇ ਭੁਗਤਣੇ ਪੈਂਦੇ ਸਨ। ਮੁਸ਼ਕਿਲ ਨਾਲ ਹੀ ਕੋਈ ਵਿਅਕਤੀ ਹੁਕਮ ਅਦੂਲੀ ਕਰਨ ਦੀ ਮੂਰਖਤਾ ਕਰਦਾ ਸੀ। ਗੰਭੀਰ ਮਸਲਿਆਂ ਦੇ ਮਾਮਲੇ 'ਚ ਹੁਕਮ ਦੇ ਨਾਲ ਜਾਨੋਂ ਹੱਥ ਧੋਣ ਦੀ ਧਮਕੀ ਵੀ ਦਿੱਤੀ ਗਈ ਹੁੰਦੀ ਸੀ। ਗੱਡੀ ਚੜਾਉਣ ਜਾਂ ਸੋਧਣ ਵਰਗੇ ਮੁਹਾਵਰਿਆਂ ਨੂੰ ਸਫਾਇਆ ਕਰਨ ਦੀ ਧਮਕੀ ਦਰਸਾਉਣ ਲਈ ਵਰਤਿਆ ਜਾਂਦਾ ਸੀ। ਇਹ ਮਾਰੂ ਸ਼ਬਦ ਦੋਸ਼ੀ ਨੂੰ ਮੌਤ ਦੇ ਘਾਟ ਉਤਾਰਨ ਨਾਲੋਂ ਵੀ ਵਧੇਰੇ ਡਰ ਨਾਲ ਥਰ-ਥਰ ਕੰਬਣੀ ਲਾਉਣ ਲਈ ਕਾਫੀ ਸਨ, ਕਿਉਂਕਿ ਹਰ ਕੋਈ ਜਾਣਦਾ ਸੀ ਧਮਕੀ ਕਦੇ ਖਾਲੀ ਨਹੀਂ ਜਾਂਦੀ ਸੀ। ਇਸ ਗੁਰਛਾਗਰਦੀ ਤੋਂ ਸਭ ਤੋਂ ਵੱਧ ਦੁਖੀ ਅਤੇ ਡਰੇ ਹੋਏ ਅੰਮ੍ਰਿਤਸਰ ਦੇ ਹਿੰਦੂ, ਖਾਸ ਕਰਕੇ ਵੱਡੇ ਉਦਯੋਗਪਤੀ ਅਤੇ ਵਪਾਰੀ ਲੋਕ ਸਨ। ਉਨ੍ਹਾਂ ਵਿੱਚੋਂ ਬਹੁਤਿਆਂ ਨੇ ਆਪਣੀਆਂ ਜ਼ਿੰਦਗੀਆਂ ਤੋਂ ਹੱਥ ਧੋ ਬੈਠਣ ਦੇ ਡਰ 'ਚੋਂ ਆਪਣੇ ਦਹਾਕਿਆਂ ਤੋਂ ਪੀੜ੍ਹੀ ਦਰ ਪੀੜ੍ਹੀ ਉਸਾਰੇ ਗਏ ਘਰ-ਬਾਰਾਂ ਅਤੇ ਕਾਰੋਬਾਰਾਂ ਨੂੰ ਛੱਡਣ ਦਾ ਫੈਸਲਾ ਕਰ ਲਿਆ ਸੀ। ਉਨ੍ਹਾਂ ਨੂੰ 1947 ਦੀ ਵੰਡ ਦੀ ਤਰ੍ਹਾਂ ਇੱਕ ਵਾਰ ਫਿਰ ਹਾਲਤਾਂ ਨੇ ਸ਼ਰਨਾਰਥੀ ਬਣਾ ਦਿੱਤਾ ਸੀ। ਬਹੁਤ ਸਾਰੇ ਸਿੱਖਾਂ ਅਤੇ ਕੁਝ ਹਿੰਦੂਆਂ ਨੇ ਵੀ, ਜਿੱਥੇ ਵੀ ਸੰਭਵ ਹੋਇਆ, ਸਮਾਂਤਰ ਪ੍ਰਬੰਧਕੀ ਚੈਨਲ ਦਾ ਲਾਹਾ ਲੈਣ ਦਾ ਯਤਨ ਕੀਤਾ। ਗਵਾਹੀ ਵਜੋਂ ਇੱਕ ਘਟਨਾ ਨੂੰ ਹੇਠਾਂ ਦਿੱਤਾ ਗਿਆ ਹੈ ਜਿਹੜੀ ਮੈਨੂੰ ਮੇਰੇ ਵਿਸ਼ਵਸਪਾਤਰ ਮਿੱਤਰ ਨੇ ਦੱਸੀ ਸੀ। ਇਹ ਬੜੀ ਸ਼ਰਮ ਵਾਲੀ ਗੱਲ ਹੈ ਕਿ ਕੁਝ ਲੋਕ ਬਲਦੇ ਸਿਵਿਆਂ ਦੀ ਅੱਗ ਦੇ ਸੇਕ ਤੇ ਆਪਣੀਆਂ ਰੋਟੀਆਂ ਪਕਾਉਣ ਤੋਂ ਵੀ ਹਿਚਕਚਾਉਂਦੇ ਨਹੀਂ। ਇੱਕ ਗਰੀਬਾਂ ਲਈ ਖੁੱਲ੍ਹੇ ਸਕੂਲ ਦੇ ਚੇਅਰਮੈਨ ਨੇ ਇੱਕ ਹਿੰਦੂ ਅਧਿਆਪਕਾ ਨੂੰ ਅਸਥਾਈ ਤੌਰ ਤੇ ਖਾਲੀ ਹੋਏ ਸਥਾਨ ਦੇ ਸਮੇਂ ਦੌਰਾਨ ਦਫ਼ਤਰ ਦਾ ਕੰਮ ਚਲਾਉਣ ਲਈ ਪ੍ਰਿੰਸੀਪਲ ਬਣਾ ਕੇ ਉੱਨਤੀ ਦੇ ਦਿੱਤੀ। ਪਿੱਛੋਂ ਜਦੋਂ ਸਥਾਈ ਪ੍ਰਿੰਸੀਪਲ ਨੂੰ ਨਿਯੁਕਤ ਕਰ ਲਿਆ ਗਿਆ ਤਾਂ ਉਸਨੇ ਇੱਕ ਆਮ ਅਧਿਆਪਕਾ ਵਜੋਂ ਆਪਣੀ ਪਹਿਲੀ ਪੋਸਟ ਤੇ ਵਾਪਸ ਮੁੜਨ ਤੋਂ ਇਨਕਾਰ ਕਰ ਦਿੱਤਾ। ਉਸ ਦਾ ਕੇਸ ਭਾਈ ਅਮਰੀਕ ਸਿੰਘ ਨੇ ਸੁਣਿਆ। ਉਸਨੇ ਚੇਅਰਮੈਨ, ਜੋ ਕਿ ਖੁਦ ਆਪ ਵੀ ਹਿੰਦੂ ਸੀ, ਨੂੰ ਆਪਣੇ ਕੋਲ ਸੱਦ ਲਿਆ। ਅੰਮ੍ਰਿਤਸਰ ਵਿਚਲੇ ਬਹੁਤ ਲੋਕ ਜਾਣ ਚੁੱਕੇ ਸਨ ਕਿ ਅਜਿਹਾ ਬੁਲਾਵਾ ਇੱਕ ਮੌਤ ਦਾ ਸੱਦਾ ਹੁੰਦਾ ਹੈ। ਇੱਥੇ ਅਜਿਹੀਆਂ ਉਦਾਹਰਨਾਂ ਵੀ ਹਨ ਕਿ ਜਦੋਂ ਕਿਸੇ ਵਿਅਕਤੀ ਨੂੰ ਸੱਦਿਆ ਗਿਆ ਪਰ ਉਹ ਕਦੇ ਵਾਪਸ ਮੁੜ ਕੇ ਇਹ ਦੱਸਣ ਲਈ ਨਹੀਂ ਆਇਆ ਕਿ ਉਸਨੂੰ ਕਿਉਂ ਸੱਦਿਆ ਗਿਆ ਸੀ। ਫਿਰ ਵੀ, ਬੁਲਾਵੇ ਤੇ ਨਾ ਜਾਣਾ ਵੀ ਬਰਾਬਰ ਦੇ ਖਤਰਿਆਂ ਵਾਲਾ ਸੀ। ਚੇਅਰਮੈਨ ਤੇ ਉਸ ਦਾ ਸਾਰਾ ਪਰਿਵਾਰ ਸੰਭਵ ਸਿੱਟਿਆਂ ਤੋਂ ਬੁਰੀ ਤਰ੍ਹਾਂ ਡਰੇ ਹੋਏ ਸਨ, ਪਰੰਤੂ ਕਿਵੇਂ ਨਾ ਕਿਵੇਂ ਉਸਨੇ ਆਪਣੇ ਆਪ ਨੂੰ ਉੱਥੇ ਪੇਸ਼ ਹੋਣ ਅਤੇ ਆਪਣਾ ਸਪਸ਼ਟੀਕਰਨ ਦੇਣ ਲਈ ਤਕੜਾ ਕਰ ਲਿਆ ਅਤੇ ਭਾਈ ਅਮਰੀਕ ਸਿੰਘ ਨੇ ਉਸ ਦੇ ਸਪਸ਼ਟੀਕਰਨ ਨੂੰ ਸਾਫ਼ ਤੌਰ ਤੇ ਮਨਜ਼ੂਰ ਕਰ ਲਿਆ। ਫਿਰ ਵੀ, ਉਹ ਉਸ ਨੂੰ ਅੰਤਮ ਫੈਸਲੇ ਲਈ ਸੰਤ ਕੋਲ ਲੈ ਗਿਆ। ਆਪਣੇ ਨਿਰਦੋਸ਼ਪੁਣੇ ਤੇ ਕੁਝ ਵਧੇਰੇ ਯਕੀਨ ਕਰਨ ਕਰਕੇ ਚੇਅਰਮੈਨ ਸੰਤ ਅੱਗੇ ਹੱਥ ਜੋੜ ਕੇ ਪੇਸ਼ ਹੋ ਗਿਆ ਤੇ ਆਖਣ ਲੱਗਾ ਕਿ ਭਾਵੇਂ ਉਹ ਇੱਕ ਹਿੰਦੂ ਹੈ, ਫਿਰ ਵੀ ਉਸ ਦਾ ਗੁਰੂ ਘਰ ਭਾਵ ਸਿੱਖ ਮਤ ਵਿੱਚ ਡੂੰਘਾ ਵਿਸ਼ਵਾਸ ਹੈ। ਉਸ ਦੇ ਦਾਅਵੇ ਨੂੰ ਪਰਖਣ ਲਈ ਸੰਤ ਨੇ ਉਸ ਨੂੰ ਜਪੁਜੀ ਸਾਹਿਬ ਦਾ ਪਾਠ ਕਰਨ ਲਈ ਕਿਹਾ। ਉਸਨੇ ਕੰਬਦੀ ਆਵਾਜ਼ ਵਿੱਚ ਬੜੀ ਮੁਸ਼ਕਿਲ ਨਾਲ ਪਾਠ ਕਰਿਆ। ਇਹ ਸੀ ਉਹ ਢੰਗ ਤਰੀਕਾ ਜਿਸ ਨਾਲ ਉਹ ਵਿਚਾਰਾ ਚੇਅਰਮੈਨ ਜਿੰਦਾ ਬਚ ਕੇ ਵਾਪਸ ਆਇਆ। ਹਰ ਕੋਈ ਉਸ ਵਰਗੀ ਕਿਸਮਤ ਵਾਲਾ ਨਹੀਂ ਸੀ। ਬਹੁਤੇ ਮਾੜੀ ਕਿਸਮਤ ਵਾਲੇ ਸ਼ਿਕਾਰ, ਜਿਨ੍ਹਾਂ ਨੂੰ ਸੰਤ ਮੂਹਰੇ ਸੱਦਿਆ ਗਿਆ ਸੀ, ਕਦੇ ਜਿੰਦਾ ਵਾਪਸ ਨਹੀਂ ਆਏ।